ਸਤਿ ਸ੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਅਸੀਂ ਜਿਸ ਮੁੱਦੇ ਤੇ ਗੱਲਬਾਤ ਕਰਾਂਗੇ ਉਹ ਕਿਸਾਨੀ ਦੇ ਨਾਲ ਜੁੜਿਆ ਬੇहद ਅਹਿਮ ਪੱਖ ਹੈ ਕਿ ਆਖਿਰਕਾਰ ਕਿਸਾਨਾਂ ਦੀ ਆਮਦਨ ਹੈ ਕਿੰਨੀ ਕੁ। ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ, ਪਰ ਇਹ ਪਤਾ ਵੀ ਹੋਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਆਮਦਨ ਕਿੰਨੀ ਹੈ। ਸ਼ਾਇਦ ਆਮ ਲੋਕਾਂ ਨੂੰ ਇਸ ਬਾਰੇ ਪਤਾ ਨਾ ਹੋਵੇ ਕਿ ਕਿਹੜੇ-ਕਿਹੜੇ ਵਸੀਲਿਆਂ ਤੋਂ ਕਿਸਾਨਾਂ ਨੂੰ ਆਮਦਨ ਹੁੰਦੀ ਹੈ। ਉਸ ਉੱਤੇ ਗੱਲਬਾਤ ਕਰਾਂਗੇ। ਦੂਜਾ ਇਹ ਕਿ ਅੰਦੋਲਨ ਦਾ ਇਹ ਪੜਾਅ ਜਿਹੜਾ ਹੁਣ ਜਿੱਥੇ ਤੱਕ ਪਹੁੰਚ ਚੁੱਕਿਆ, ਅੱਗੇ ਕੀ ਕੁਝ ਹੋ ਸਕਦਾ ਹੈ, ਸਭ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਮੌਜੂਦ ਨੇ। ਦਿੱਤੂਪੁਰ ਸਾਹਿਬ, ਸਵਾਗਤ ਹੈ ਤੁਹਾਡਾ ਲੋਕਰਾਣ ਤੇ। ਮੇਰਾ ਵੀ ਜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਜਿਹੜਾ ਆਪਣਾ ਚੈਨਲ ਹੈ ਤੁਹਾਡਾ ਅੱਜ ਆਪਣੇ ਨਾਲ ਗੱਲਬਾਤ ਕਰਨ ਆਇਆ। ਮੈਂ ਤੁਹਾਡਾ ਧੰਨਵਾਦੀ ਹਾਂ ਜੀ। ਜੀ ਸ਼ੁਕਰੀਆ। ਦਿੱਤੂਪੁਰ ਸਾਹਿਬ, ਕਿਸਾਨਾਂ ਦੀ ਆਮਦਨ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਰਕਾਰ ਵੀ ਕਹਿੰਦੀ ਹੈ, ਬੜੇ ਭਰੋਸੇ ਦਿੰਦੀ ਹੈ ਅਸੀਂ ਦੁੱਗਣੀ ਕਰ ਦੇਣੀ ਹੈ। ਇਹ ਸਮਝਣਾ ਚਾਹਾਂਗੇ ਕਿ ਆਖਿਰਕਾਰ ਕਿਸਾਨ ਦੀ ਆਮਦਨ ਹੈ ਕਿੰਨੀ ਕੁ ਹੈ ਜਿਹੜੀ ਇਹ ਦੁੱਗਣੀ ਕਰਨ ਦੀ ਗੱਲ ਕਰਦੇ ਨੇ। ਸਭ ਤੋਂ ਪਹਿਲਾਂ ਮੈਂ ਆਪਣੀ ਗੱਲ ਇੱਥੋਂ ਸ਼ੁਰੂ ਕਰਦਾ ਵੀ ਅਕਬਾਲ ਨੇ ਜਦੋਂ ਆਪਣੇ ਮੁਲਕ 'ਚ ਬੰਗਾਲ ਦਾ ਕਾਲ ਪਿਆ, ਖਾਦ ਖੁਰਾਕ ਦਾ ਬਹੁਤ ਮਾੜਾ ਹਾਲ ਸੀ। ਉਹਦਾ ਇੱਕ ਸ਼ੇਅਰ ਹੈ, ਉਸ ਗੇਸੂਏ ਗੰਦਮ ਕੋ ਜਲਾ ਦੋ ਜਿਸ ਖੇਤ ਸੇ ਮੁਸੱਬਰ ਨਾ ਹੋ ਰੋਟੀ। ਅਗਲੀ ਗੱਲ ਮੈਂ 1935-36 'ਚ ਸਰ ਛੋਟੂ ਰਾਮ ਨੇ ਜਦੋਂ ਵਰਲਡ ਵਾਰ ਸੈਕੰਡ ਵੇਲੇ ਅੰਗਰੇਜ਼ੀ ਸਰਕਾਰ ਨੇ ਜ਼ੋਰ ਪਾਇਆ ਵੀ ਸਾਨੂੰ ਇਸ ਮੁਲਕ ਤੋਂ ਹਿੰਦੁਸਤਾਨ ਦਾ ਕਾਲ ਪੈਂਦਾ ਪਵੇ, ਲੋਕ ਭੁੱਖੇ ਮਰਦੇ ਨੇ, ਮਰਨ, ਸਾਨੂੰ ਇੱਥੋਂ ਦੀ ਜਿਹੜੀ ਕਣਕ ਅਨਾਜ ਚਾਹੀਦਾ ਹੈ। ਉਦੋਂ ਸਰ ਛੋਟੂ ਰਾਮ ਜਦੋਂ ਆਪਣਾ ਵਾਇਸਰਾਏ ਦੀ ਇਸ ਮੀਟਿੰਗ 'ਚ ਗਿਆ, ਵਾਇਸਰਾਏ ਨੇ ਕਿਹਾ ਵੀ 600 ਰੁਪਈਆ ਮਣ ਸਾਨੂੰ ਪੰਜਾਬ ਕਣਕ ਦੇਵੇ। ਸਰ ਛੋਟੂ ਰਾਮ ਨੇ ਕਿਹਾ ਨਹੀਂ, 900 ਰੁਪਈਆ ਸਾਡੀ ਕਣਕ 'ਤੇ ਮਣ 'ਤੇ ਖਰਚ ਹੁੰਦਾ, 100 ਰੁਪਈਆ ਪਾ ਕੇ 1000 ਤੋਂ ਘੱਟ ਅਸੀਂ ਕਣਕ ਨਹੀਂ ਦੇਵਾਂਗੇ। ਜਬਰੀ ਕਰੇਂਗੇ ਉਹ, ਅਸੀਂ ਪੂਰੀ ਪੰਜਾਬ ਦੀ ਕਣਕ ਨੂੰ ਫੂਕ ਦਿਆਂਗੇ। ਅਸਲ 'ਚ ਇਹ ਹਾਲਾਤ ਬਿਆਨ ਕਰਦੇ ਨੇ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਖੇਤੀ 'ਤੇ ਔਰ ਅਨਾਜ 'ਤੇ ਏਡਾ ਵੱਡਾ ਹਮਲਾ ਕਰਦੇ ਆਏ ਨੇ, ਜਿਹਦੇ ਕਰਕੇ ਸਾਡਾ ਦੇਸ਼ ਭੁੱਖਮਰੀ ਗਰੀਬੀ 'ਚ ਬਸਰ ਗੁਸਰ ਕਰਦਾ ਰਿਹਾ ਜੀ। ਤਾਂ ਹੁਣ ਜਿਵੇਂ ਆਪਾਂ ਗੱਲ ਕਰੀਏ ਵੀ ਅੱਜ ਜਿਹੜਾ ਪਹਿਲਾਂ ਤਾਂ ਟਾਰਾਂ ਮਾਰੀਆਂ ਗਈਆਂ ਵੀ ਇੱਥੇ ਹਰਾ ਇਨਕਲਾਬ ਆ ਗਿਆ, ਯਾਨੀ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਅਨਾਜ ਦਾ ਜਿਹੜਾ ਸਾਡੇ ਤੋਟ ਭੁੱਖ ਇਹ ਹਾਲਾਤ ਸੀਗੇ ਮੁਲਕ ਦੇ। ਤਾਂ ਉਹਦੇ 'ਚ ਸਾਡੇ ਆਪਣੀ ਸਰਕਾਰ ਨੂੰ, ਸਾਡੀ ਖੇਤੀ ਸੈਕਟਰ ਨੂੰ ਆਪਣੇ ਪੈਰਾਂ 'ਤੇ ਕਿਵੇਂ ਲਿਆਉਣਾ ਸੀ, ਕਿਵੇਂ ਕਰਨਾ ਸੀ। ਤਾਂ ਉਹਦੀ ਬਜਾਏ ਉਦੋਂ ਅਮਰੀਕਨ ਸਾਮਰਾਜ ਨੇ ਸਾਡੀ ਸਰਕਾਰ ਨੂੰ, ਨਹਿਰੂ ਸਰਕਾਰ ਨੂੰ ਕਿਹਾ ਵੀ ਅਸੀਂ ਤੁਹਾਡਾ ਜਿਹੜਾ ਅਨਾਜ ਮੁਫਤ ਦਿੰਦੇ ਹਾਂ, ਤੁਸੀਂ ਆਪਣੇ ਰੁਪਈਆਂ 'ਚ ਖਰੀਦੋ, ਜਿਹਨੂੰ PL 480 ਕਹਿੰਦੇ ਨੇ। ਉਹਦੇ ਤਹਿਤ ਉਹਨਾਂ ਨੇ ਸਾਨੂੰ ਜਿਹੜੀ ਕਣਕ, ਹਰ ਫਸਲ, ਤੇਲ ਬੀਜ, ਕਪਾਹ ਵਗੈਰਾ ਉਹਨਾਂ ਨੇ ਦਿੱਤਾ। ਔਰ ਨਾਲ ਇਹ ਵੀ ਕਿਹਾ ਇਹ ਤੁਸੀਂ ਹਿੰਦੁਸਤਾਨ ਦੇ ਰੁਪਈਏ 'ਚ ਇਹਦਾ ਮੁੱਲ ਉਤਾਰਿਓ, ਜਿੱਥੋਂ ਅਸੀਂ ਕਹਾਂਗੇ ਉਹਨਾਂ ਅਦਾਰਿਆਂ 'ਤੇ ਤੁਸੀਂ ਸਾਡਾ ਪੈਸਾ ਖਰਚਿਓ। ਉਹ ਤੋਂ ਬਾਅਦ ਇਹਨਾਂ ਨੇ 1967-68 'ਚ ਫਿਰ ਜਿਹੜੀ ਹਰੇ ਇਨਕਲਾਬ ਦੀ ਨੀਤੀ ਲਿਆਂਦੀ। ਪਹਿਲਾਂ ਮੈਂ PL 480 ਦੀ ਗੱਲ ਮੁਕਾ ਦਾਂ। ਤਾਂ ਕੁਛ ਚਿਰ ਬਾਅਦ ਇਹਨਾਂ ਨੇ ਵਰਲਡ ਬੈਂਕ ਤੋਂ ਡਾਲਰਾਂ ਰਾਹੀਂ ਯਾਨੀ ਦੀ ਵਾਪਸੀ ਮੰਗੀ। ਸਾਡੀ ਹਾਲਤ, ਆਰਥਿਕ ਹਾਲਤ ਇਹ ਨਹੀਂ ਸੀਗੀ, ਤਾਂ ਸਾਡੇ ਰੁਪਈਏ ਦੀ ਕੀਮਤ 25% ਘਟਾ ਕੇ ਉਹ PL 480 ਦਾ ਜਿਹੜਾ ਕਰਜ਼ਾ ਹੈ ਉਹ ਵਧਿਆ। ਅਸੀਂ ਵਾਧੂ ਕਰਜ਼ੇ ਦੀ ਮਾਰ ਥੱਲੇ ਉਦੋਂ ਤੋਂ ਸ਼ੁਰੂ ਹੋ ਗਏ। ਤਾਂ ਫਿਰ ਇਹਨਾਂ ਨੇ ਸਾਨੂੰ ਜਿਹੜਾ 60ਵਿਆਂ 'ਚ ਜਿਹੜਾ ਹਰੇ ਇਨਕਲਾਬ ਦੀ ਜਿਹੜਾ ਅਮਰੀਕਾ ਨੇ, ਰੌਕਫੈਲਰ, ਫੋਰ ਫਾਊਂਡੇਸ਼ਨ ਕੰਪਨੀਆਂ ਨੇ ਇਹ ਨੀਤੀ ਦਿੱਤੀ ਵੀ ਐਗਰੀਕਲਚਰ ਲਈ ਯੂਨੀਵਰਸਿਟੀਆਂ, ਟੈਕਨੀਕ ਵਗੈਰਾ ਦਾ ਸਾਡੀ ਆਪਣੀ ਸਰਕਾਰ ਨੇ ਉਹ 5 ਸਾਲਾ ਯੋਜਨਾ 'ਚ ਨੂੰ ਲਾਗੂ ਕੀਤਾ, ਮੰਨਿਆ। ਯਾਨੀ ਸਾਡੀ ਜਿਹੜੀ ਖੇਤੀ ਹੈ ਸਾਮਰਾਜ ਵੱਲੋਂ, ਪੂੰਜੀਪਤੀਆਂ ਵੱਲੋਂ ਸ਼ੁਰੂ ਕੀਤੀ ਗਈ ਹੈ। ਸਾਡੇ ਆਪਣੇ ਮੁਲਕ ਦੀਆਂ ਲੋੜਾਂ ਮੁਤਾਬਕ, ਸਾਡੇ ਕਿਸਾਨਾਂ ਦੀ ਹਾਲਤਾਂ ਮੁਤਾਬਕ ਨਹੀਂ ਸ਼ੁਰੂ ਕੀਤੀ ਗਈ। ਇਸ ਕਰਕੇ ਇਹਦੇ 'ਚ ਸੁਭਾਵ ਕੀ ਆਪਾਂ ਨੂੰ ਮੰਨਣਾ ਚਾਹੀਦਾ ਹੈ, ਜਦੋਂ ਪੂੰਜੀਵਾਦੀ ਕਿਸੇ ਸੈਕਟਰ 'ਚ ਐਂਟਰ ਹੁੰਦਾ, ਪੂੰਜੀਵਾਦ ਦਾ ਮਤਲਬ ਮੁਨਾਫਾ। ਉਹਨਾਂ ਨੇ ਉਸ ਮੁਲਕ ਦੀ ਤਰੱਕੀ ਜਾਂ ਖੇਤੀ ਦੀ ਉਹਨੂੰ ਨਹੀਂ ਉਹਦਾ ਮੋਟਿਵ ਹੁੰਦਾ। ਉਹਨਾਂ ਨੇ ਆਪਣੀ ਇੱਕ ਮਾਰਕੀਟ ਕ੍ਰੀਏਟ ਕਰਕੇ ਉਹਦੇ ਨਾਲ ਆਪਣਾ ਸਰਮਾਈ ਬਟੋਰਨਾ ਹੁੰਦਾ। ਇਹੀ ਕੁਛ ਅੱਜ ਸਾਡੇ ਸਾਹਮਣੇ ਹੈ। ਅਗਲੀ ਗੱਲ ਇਹਦੇ ਨਾਲ ਹੀ ਆਪਾਂ ਜੋੜ ਲਈਏ ਵੀ
ਉਹਨਾਂ ਨੇ ਅਸਲ 'ਚ ਮੰਡੀ ਦਾ ਬਹੁਤ ਵੱਡਾ ਰੋਲ ਹੁੰਦਾ। ਆਪਾਂ ਜਦੋਂ ਗੱਲ ਕਰਦੇ ਹਾਂ ਵੀ ਕਿਸੇ ਵਰਤਾਰੇ ਦਾ, ਅਸਲ 'ਚ ਮੰਡੀ ਦੀ ਬਹੁਤ ਲੋੜ ਹੈ, ਕਿਉਂਕਿ ਮੰਡੀ 'ਚ ਹੀ ਚੀਜ਼ਾਂ ਦਾ ਜਿਹੜਾ ਮੁਨਾਫਾਖੋਰੀ ਹੁੰਦੀ ਹੈ। ਮੰਡੀ 'ਚ ਅਸਲ ਜਿਹੜਾ ਵਾਫਰ ਚੀਜ਼ਾਂ ਵੇਚੀਆਂ ਜਾਂਦੇ ਨੇ, ਮੁਨਾਫੇ ਲਈ ਵੇਚੀਆਂ ਜਾਂਦੀਆਂ ਨੇ। ਇਸ ਕਰਕੇ ਜਿਹੜੀ ਸਾਡੀ ਖੇਤੀ ਦੀ ਮੰਡੀ ਹੈ ਉਹ ਆਪਾਂ ਕਹਿੰਦੇ ਹਾਂ ਵੀ ਯਾਨੀ ਕਿਸਾਨ ਦੀ ਫਸਲ ਦੀ ਕੋਈ ਮੰਡੀ ਨਹੀਂ, ਹੋਰਾਂ ਚੀਜ਼ਾਂ ਦੀ ਮੰਡੀ ਹੈ। ਤਾਂ ਜਿਵੇਂ ਕਿਸਾਨ ਬਾਰੇ ਕਿਹਾ ਜਾਂਦਾ ਵੀ ਜੋ ਮਰਜ਼ੀ ਜਿਹੜਾ ਮਰਜ਼ੀ ਭਾਅ ਹੋਵੇ, ਸਰਕਾਰ ਕਿਸਾਨ ਮਜਬੂਰੀ ਬਸ ਆਪਣੀ ਫਸਲ ਵੇਚਦਾ ਨਹੀਂ ਮੰਡੀ 'ਚ, ਉਹ ਸਿੱਟਣ ਜਾਂਦਾ, ਆਮ ਜਿਹੜੀ ਕਹਾਵਤ ਹੈ। ਇਸ ਕਰਕੇ ਮੰਡੀ ਦਾ ਜਿਹੜਾ ਵਰਤਾਰਾ ਇਹਨੂੰ ਸਮਝਣ ਦੀ ਲੋੜ। ਅਗਲਾ ਜਿਹੜਾ ਪੈਦਾਵਾਰ ਦਾ ਜਿਹੜਾ ਨਵਾਂ ਤਰੀਕਾ ਹੈ, ਪੈਦਾਵਾਰ ਜਿਵੇਂ ਸਾਡਾ ਕਿਸਾਨ ਸੀਗਾ ਪਹਿਲਾਂ ਤੋਂ ਹੀ ਕਰਜ਼ਈ ਸੀ, ਇਹਦੀ ਜੇਬ 'ਚ ਕੋਈ ਪੈਸਾ ਨਹੀਂ। ਜਦੋਂ ਪੂੰਜੀ ਵਾਲੀ ਖੇਤੀ ਸ਼ੁਰੂ ਕਰਾਈ ਹਰੇ ਇਨਕਲਾਬ ਦੀ, ਮੈਂ ਗੱਲ ਇੱਥੋਂ ਸ਼ੁਰੂ ਕਰਦਾ। ਅਸਲ 'ਚ ਪੂੰਜੀਵਾਦੀ ਖੇਤੀ ਹੈ, ਪੂੰਜੀਵਾਦੀ ਸੈਕਟਰ ਵੱਲੋਂ ਸ਼ੁਰੂ ਕੀਤੀ ਗਈ ਹੈ। ਪੂੰਜੀਵਾਦ ਨੇ ਖੇਤੀ 'ਚੋਂ ਮੁਨਾਫਾ ਕਮਾਉਣਾ ਸੀ, ਉਹਨਾਂ ਨੇ ਦੂਰੀ ਤੀਰੀ ਲੁੱਟ ਕੀਤੀ ਹੈ ਇਹਦੇ 'ਚ। ਇੱਕ ਤਾਂ ਉਹਨਾਂ ਨੇ ਆਪਣੀਆਂ ਬੈਂਕਾਂ ਰਾਹੀਂ ਜੋ ਵੀ ਕੁਛ ਖੇਤੀ ਲਈ ਪੈਦਾਵਾਰ, ਟਰੈਕਟਰ, ਮਸ਼ੀਨਰੀ, ਖਾਦ ਖਾਦ, ਕੈਮੀਕਲ ਚੀਜ਼ਾਂ ਖੇਤੀ 'ਚ ਐਂਟਰ ਕੀਤੀਆਂ, ਬੀਜ ਐਂਟਰ ਕੀਤੇ। ਉਹ ਸਾਰੇ ਉਹਨਾਂ ਪੂੰਜੀਪਤੀਆਂ ਬਾਹਰਲੀਆਂ ਕੰਪਨੀਆਂ ਨੇ ਉਹਨਾਂ ਨੇ ਦਿੱਤੇ, ਜਾਂ ਜਿਹਦੇ ਲਈ ਉਹਨਾਂ ਨੇ ਆਪਣੇ ਮਨਮਰਜ਼ੀ ਦੇ ਭਾਅ ਲਾਏ। ਔਰ ਉਹਦੇ ਲਈ ਕਿਸਾਨ ਕੋਲ ਕਰਜ਼ਾ ਨਹੀਂ ਸੀ, ਕਰਜ਼ਾ ਵੀ ਉਹਨਾਂ ਨੇ ਵਰਲਡ ਬੈਂਕ ਜਾਂ ਆਪਣੇ ਵਿੱਤੀ ਸੰਸਥਾਵਾਂ ਤੋਂ ਦੇ ਕੇ ਕਿਸਾਨਾਂ ਨੂੰ ਕਰਜ਼ਈ ਵੀ ਕੀਤਾ ਔਰ ਆਪਣੀ ਜਿਨਸਾਂ ਦੀ ਮੰਡੀ ਬਣਾਈ। ਤਾਂ ਉਹਦੇ 'ਚੋਂ ਜਿਹੜੀ ਪੈਦਾਵਾਰ ਕਰਾਈ ਹੈ, ਉਹਦੇ ਲਈ ਸਾਡੀ ਸਰਕਾਰ ਨੇ ਦੂਜਾ ਜਿਹੜਾ ਫਾਰਮੂਲਾ ਵਰਤਿਆ ਵੀ ਅਨਾਜ ਦੀ ਲੋੜ ਮੁਲਕ ਦੇ ਲੋਕਾਂ ਨੂੰ ਹੈ। ਉਹ ਸਰਕਾਰ ਨੇ ਆਪਣਾ ਭਾਅ ਜਿਹੜਾ ਜਿਨਸ ਦਾ ਮੰਡੀ ਦੇ ਖਰਚੇ ਲਾਗਤ ਦੇ ਮੁਕਾਬਲੇ ਨਹੀਂ ਉਹ ਮਿਥਦੀ ਰਹੀ। ਉਹ ਸਿਰਫ ਹੈ ਵੀ ਦੇਸ਼ ਦੇ ਲੋਕ ਗਰੀਬ ਨੇ, ਜਾਣੀ ਅਨਾਜ ਵੱਧਦੀਆਂ ਕੀਮਤਾਂ ਖਰਚੇ ਮੁਤਾਬਕ ਵਧੇ ਨਾ, ਤਾਂ ਉਹਨੂੰ ਸੀਮਤ ਹੀ ਕੀਤਾ। ਜਿਹੜਾ ਸਰਕਾਰ ਨੇ ਭਾਅ ਮਿੱਥਣ ਦੀ MSP ਦੀ ਜਿਹੜੀ ਨੀਤੀ ਲਾਗੂ ਕੀਤੀ ਹੈ ਤਾਂ ਕਿ ਆਮ ਲੋਕਾਂ ਨੂੰ ਮਹਿੰਗਾ ਅਨਾਜ ਨਾ ਮਿਲੇ। ਦੂਜੇ ਪਾਸੇ ਸਰਕਾਰ ਨੇ ਵੀ ਜਿਹੜੇ ਖੇਤੀ ਦੇ ਭਾਅ ਵਾਲੇ ਮਾਮਲੇ 'ਚ ਉਹਦਾ ਗਲ ਘੁੱਟਿਆ ਕਿਸਾਨੀ ਦਾ, ਇੱਥੇ ਵੀ ਉਹਦੇ ਦਾਅ ਪਾਈ। ਜਿੰਨਾ ਉਹਦਾ ਲਾਗਤ ਖਰਚਾ ਉਹਦੇ ਮੁਤਾਬਕ ਭਾਅ ਨਹੀਂ ਮਿਥਿਆ ਜਾਂਦਾ ਰਿਹਾ। ਸਿਰਫ ਹੈ ਵੀ ਇਸ ਕਰਕੇ ਇਹ ਮਹਿੰਗਾ ਨਾ ਹੋਵੇ ਤਾਂ ਇਹਨਾਂ ਨੇ ਜਿਹੜੀ ਖੇਤੀ ਤੇ ਕਾਰਪੋਰੇਟ ਸੈਕਟਰ ਦੀਆਂ ਜਿਹੜੀਆਂ ਲਾਗਤ ਵਸਤੂਆਂ ਦੀ ਮਹਿੰਗੀਆਂ ਹੁੰਦੀਆਂ ਗਈਆਂ, ਇਹ ਤਾਂ ਸਰਕਾਰ ਨੇ ਕੰਟਰੋਲ ਨਹੀਂ ਕੀਤਾ। ਸਗੋਂ ਜਿਹੜੀ ਕਿਸਾਨ ਦੀ ਜਿਹੜੀ ਪੈਦਾਵਾਰ ਫਸਲਾਂ 'ਤੇ MSC ਦੇ ਬਹਾਨੇ ਉਹਨਾਂ ਦਾ ਜਿਹੜਾ ਉਹਨਾਂ ਖਰਚਿਆਂ ਦੇ ਮੁਤਾਬਕ ਭਾਅ ਨਹੀਂ ਦਿੱਤਾ। ਤਾਂ ਸਾਹਿਬ, ਕਿਸਾਨ ਦੀ ਇੱਕ ਏਕੜ ਜਿਹਦੇ ਕੋਲ ਜ਼ਮੀਨ ਹੈ, ਹੁਣ ਇਹ ਕਹਿੰਦੇ ਨੇ ਕਿ ਕਿਤੇ ਵੀ ਜਾ ਕੇ ਆਪਣੀ ਫਸਲ ਜਿਹੜਾ ਉਹ ਕਿਸਾਨ ਵੇਚ ਸਕਦਾ ਖੁੱਲ੍ਹੀ ਮੰਡੀ ਦੇ ਵਿੱਚ, ਅਤੇ ਉਹਦੇ ਲਈ ਛੋਟੇ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਨੂੰ ਇਹ ਖੇਤੀ ਕਾਨੂੰਨ ਜਿਹੜਾ ਲਾਹੇਵੰਦ ਉਹਨਾਂ ਲਈ ਨਹੀਂ ਹੈਗਾ, ਉਹਨਾਂ ਨੂੰ ਨੁਕਸਾਨ ਹੋਣਾ। ਵੱਡਿਆਂ ਨੂੰ ਭਾਵੇਂ ਪੈਦਾ ਹੁੰਦਾ ਹੋਵੇ, ਪਰ 1 ਏਕੜ ਤੱਕ ਦੇ ਕਿਸਾਨ ਦੀ ਆਪਾਂ ਕਿੰਨੀ ਕੁ ਕਮਾਈ ਮੰਨੀਏ ਕਿ ਇੱਕ ਮਹੀਨੇ ਦੇ ਵਿੱਚ ਜਾਂ ਸਾਲਾਨਾ ਆਮਦਨ ਕਿੰਨੀ ਕੁ ਹੁੰਦੀ ਹੈ, ਕਿਉਂਕਿ ਫਸਲ ਤਾਂ ਛਮਾਈ ਹੋਣੀ ਹੈ। ਅਸਲ 'ਚ ਆਮ ਜਿਹੜੀਆਂ ਜਿੰਨੇ ਕਾਂਕੜੇ ਫਿਗਰਾਂ ਮੈਂ ਸਮਝੀਆਂ ਜਾਂ ਜਾਣੀਆਂ ਨੇ, ਤਾਂ ਉਹਦੇ 'ਚ ਹੈ ਵੀ ਜਿਹੜਾ ਖੇਤੀ 'ਚੋਂ ਆਮ ਤੌਰ 'ਤੇ ਦੋਨਾਂ ਫਸਲਾਂ ਦਾ ਜਿਹੜਾ ਕਮਾਈ ਹੈ ਖਰਚੇ ਤੋਂ ਬਿਨਾਂ, ਤਾਂ ਜਿਹੜੀ ਅਸਲ 'ਚੋਂ 60,000 ਹੁੰਦੀ ਹੈ। ਤਾਂ ਜੇ ਹੁਣ ਆਪਾਂ ਉਹਨੂੰ 60,000 ਨੂੰ ਵੰਡ ਲਈਏ ਤਾਂ ਤਾਂ ਇਹਦਾ ਮਤਲਬ ਜੇ 5 ਜੀਆਂ 'ਚ ਵੰਡੀਏ, ਲਾ ਲਓ ਵੀ ਕਿੰਨਾ ਆਇਆ। ਜਿਵੇਂ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਵੀ 82-83% ਕਿਸਾਨਾਂ ਦੀ ਆਮਦਨ ਬਹੁਤ ਘੱਟ ਹੈ। 1 ਲੱਖ ਤੋਂ ਵੱਧ ਜਾਂ 3 ਲੱਖ ਤੋਂ ਵੱਧ ਉਹਦੀ ਪੈਦਾਵਾਰ ਨਹੀਂ ਹੁੰਦੀ। ਜੇ ਫਰਜ਼ ਕਰੋ ਉਹਦਾ ਖਰਚਾ ਵੀ ਨਹੀਂ ਮੋੜਦਾ, ਤਾਂ ਜੇ ਅਸੀਂ ਉਹਨੂੰ 1 ਲੱਖ ਵੱਧ ਵੀ ਦੇ ਦਈਏ ਤਾਂ ਵੀ ਜੇ 5 ਜੀਆਂ 'ਚ ਵੰਡਾਂਗੇ, ਜਿਹਨੂੰ ਆਪਾਂ ਕਹਿੰਦੇ ਵੀ ਆਪਾਂ 1.5 ਗੁਣਾ ਜਿਹੜਾ ਉਹਦੀ ਥਿਊਰੀ ਹੈ C2 ਵਾਲਾ, ਤਾਂ ਵੀ ਨਹੀਂ ਉਹ ਕਿਸਾਨ ਬਚਦਾ। ਤਾਂ ਵੀ ਉਹਨੂੰ ਦਿਹਾੜੀ ਦੇ 58 ਰੁਪਈਏ ਖੇਤੀ ਵਾਲੇ ਪਰਿਵਾਰ ਦੇ 5 ਜੀਆਂ ਨੂੰ 58 ਰੁਪਈਏ ਦਿਹਾੜੀ ਦੇ ਮਿਲਦੇ ਨੇ। ਤਾਂ ਇਹ ਅਸਲ 'ਚ ਕਿਉਂਕਿ ਅਸੀਂ ਸਾਡਾ ਜਿੰਨੀ ਇਕੋਨਮੀ ਹੈ, ਕਿਉਂਕਿ ਅਸਲ ਜਿਹੜਾ ਸਾਮਰਾਜ ਦੀ ਇਸ ਲੁੱਟ ਨੂੰ ਪਰਦਾ ਪਾਉਂਦੇ ਨੇ, ਉਹ ਸਿਰਫ ਹੈ ਵੀ ਇੱਥੋਂ ਹੀ ਤੈਅ ਕਰ ਲੈਂਦੇ ਨੇ ਵੀ ਕਿਸਾਨ ਨੇ ਇੰਨਾ ਪੈਦਾ ਕੀਤਾ, ਉਹ 'ਤੇ ਕਿੰਨਾ ਉਹਦੇ ਮਹਿੰਗੀ ਖਾਦ ਜਾਂ ਉਹਨੇ ਪੈਸਾ ਕਿਵੇਂ ਲਿਆ, ਸੂਦਖੋਰਾਂ ਨੇ ਕਿੰਨਾ ਵੱਧ ਦਿੱਤਾ। ਮੇਰੀ ਸਮਝ ਇਹ ਹੈ ਜੇ ਇੱਕ ਮੰਡੀ ਦਾ ਸੂਦਖੋਰ ਤੋਂ ਕਿਸਾਨ ਹਰ ਵਾਰੀ ਅੱਜ ਕੱਲ੍ਹ ਉਹ ਆਪਣੇ ਲਈ ਖੇਤੀ ਨਹੀਂ ਕਰਦਾ, ਉਹ ਸਿਰਫ ਹੈ ਵੀ ਵਿਆਜ ਦੇ ਸਿਰ ਉਹਦੇ ਸਿਰੋਂ ਕਰਜ਼ਾ, ਉਹ ਵਿਆਜ 'ਚ ਖੇਤੀ ਕਰਦਾ। ਜਿਵੇਂ ਮਿਸਾਲ ਦੇ ਦਾਂ, ਫਰਜ਼ ਕਰੋ ਇੱਕ ਕਿਸਾਨ ਨੇ 1 ਲੱਖ ਰੁਪਈਆ ਕਿਸੇ ਆੜ੍ਹਤੀਏ ਤੋਂ ਲੈ ਲਿਆ,
ਉਹਦਾ 2% ਨੂੰ ਵੀ ਲਾ ਕੇ 1,24,000 ਹੋ ਗਿਆ। ਅਗਲੇ ਸਾਲ 1,32,33, ਯਾਨੀ ਇਹਦਾ ਮਤਲਬ 1,75,76,000। ਤੀਜੇ ਸਾਲ 'ਚ ਉਹ 2 ਲੱਖ ਤੋਂ ਵੱਧ ਵਿਆਜ ਸਣੇ ਰਕਮ ਬਣ ਜਾਂਦੀ ਹੈ। ਆਮਦਨ ਦੀ ਜਿਹੜੀ ਕਿਸਾਨ ਦੀ ਆਮਦਨ ਹੈ 2 ਜਾਂ 3% ਹੀ ਵਧੂਗੀ, ਯਾਨੀ 1 ਲੱਖ ਤੋਂ ਜਿਹੜੀ ਕਿਸਾਨ ਦੀ ਆਮਦਨ ਯਾਨੀ 1,02,000 ਤਾਂ ਹੋ ਸਕਦੀ ਹੈ, ਐ ਨਹੀਂ ਵੀ ਉਹ 1.5 ਲੱਖ ਹੋ ਜੂਗੀ। ਇਸ ਕਰਕੇ ਬਾਕੀ ਮਹਿੰਗਾਈ ਸਾਰਾ ਕੁਛ ਘਚੋਲਾ। ਇਹਦਾ ਮਤਲਬ ਅੱਜ 90% ਕਿਸਾਨ, ਘੱਟੋ ਘੱਟ 80-90% ਕਿਸਾਨ ਆਪਣਾ ਆੜ੍ਹਤੀਆਂ ਦਾ, ਸੂਦਖੋਰਾਂ ਦਾ, ਬੈਂਕਾਂ ਦੀਆਂ ਕਿਸ਼ਤਾਂ, ਟਰੈਕਟਰਾਂ ਦੀਆਂ ਕਿਸ਼ਤਾਂ, ਖਾਦਾਂ ਦੀਆਂ ਕੀਮਤਾਂ, ਇਹ ਸਾਰੇ ਕਾਸੇ ਦੀ ਉਹਦੇ ਕਰਜ਼ੇ 'ਚ ਹੀ ਆਪਣਾ ਜਿਉਂ ਰਿਹਾ। ਪਰ ਸਾਹਿਬ ਫਿਰ ਸਰਕਾਰ ਵੀ ਤਾਂ ਉਹੀ ਗੱਲ ਕਹਿੰਦੀ ਹੈ ਕਿ ਅਸੀਂ ਆੜ੍ਹਤੀਆਂ ਨੂੰ ਵਿੱਚੋਂ ਵਿਚੋਲਿਆਂ ਨੂੰ ਕੱਢ ਦਿੰਦੇ ਹਾਂ, ਆੜ੍ਹਤੀਆਂ ਨੂੰ ਕੱਢ ਕੇ ਤੁਹਾਨੂੰ ਸਿੱਧਾ ਜੋੜ ਦਿੰਦੇ ਹਾਂ ਖੁੱਲ੍ਹੀ ਮੰਡੀ ਦੇ ਨਾਲ। ਫਿਰ ਉਹ ਫਾਇਦੇਮੰਦ ਕਿਉਂ ਨਹੀਂ ਲੱਗਦਾ? ਅਸਲ 'ਚ ਸਵਾਲ ਕਿਹੜੇ ਐਂਗਲ ਤੋਂ ਆਉਂਦਾ? ਅਸਲ 'ਚ ਉਹ ਲੋੜ ਤਾਂ ਇਹ ਹੈ ਵੀ ਜਿਹੜੇ ਆੜ੍ਹਤੀਆਂ ਨੇ ਆਪਣੇ ਸੂਦ 'ਚ ਖੇਤੀ ਕਰਾਉਂਦੇ ਨੇ, ਪਹਿਲਾਂ ਤਾਂ ਉਹਨਾਂ 'ਤੇ ਉਹ ਸਾਰਾ ਉਹਦੀ ਉਹ ਜਿਹੜੀ ਕਿਸਾਨਾਂ ਦੀ ਕਮਾਈ ਕੀਤੀ ਲੁੱਟ ਹੈ, ਉਹ ਟੈਕਸ ਲਾ ਕੇ ਕਿਸਾਨਾਂ ਨੂੰ ਵਾਪਸ ਮੋੜਨ, ਤਾਂ ਉਹਨਾਂ ਦੇ ਕਰਜ਼ੇ ਤੋਂ ਚੁਕਵਾਉਣ। ਅਗਲੀ ਨਵੀਂ ਨੀਤੀ ਇਹ ਤੈਅ ਕਰਨ ਵੀ ਖੇਤੀ, ਕਿਉਂਕਿ ਮੁਲਕ ਲਈ, ਦੇਸ਼ ਲਈ ਅਨਾਜ ਪੈਦਾ ਹੁੰਦਾ, ਤਾਂ ਉਹਨਾਂ ਨੂੰ ਬਿਨਾਂ ਵਿਆਜ, ਬਿਨਾਂ ਕਿਤੇ ਉਹਦੇ ਤੋਂ ਸਰਕਾਰ ਕਰਜ਼ਾ ਦੇਵੇ, ਤਾਂ ਜਿਹਦੇ ਕਰਕੇ ਉਹ ਦੂਜੀਆਂ ਜਿਹੜੀਆਂ ਚੀਜ਼ਾਂ ਮੰਡੀ ਲਈ ਪੈਦਾ ਲਈ ਲੋੜੀ ਦੀਆਂ ਨੇ ਉਹਨਾਂ 'ਤੇ ਕੰਟਰੋਲ ਕਰੇ, ਉਹਦੇ ਮੁਤਾਬਕ ਹੀ ਜਿਣਸ ਦਾ ਭਾਅ ਦੇਵੇ। ਉਹਦੇ ਲਈ ਕਿਸਾਨ ਨੂੰ ਮੁਨਾਫੇ ਵਾਲਾ ਭਾਅ ਜਿਹੜਾ ਮਿਲਦਾ ਰਹੇ ਤਾਂ ਹੀ ਵਾਜਬ ਹੈ। ਇਹ ਕਹਿਣ ਨਾਲ ਨਹੀਂ ਚੱਲਦਾ, ਕਿਉਂਕਿ ਉਹਦਾ ਸਰਕਾਰ ਦਾ ਜਿਹੜਾ ਫਾਈਨਾਂਸ ਦਾ, ਰੁਪਈਏ ਦਾ ਹੀਲਾ, ਜਿਵੇਂ ਲੋਕ ਕਹਿੰਦੇ ਨੇ ਵੀ ਸਾਡਾ ਆੜ੍ਹਤੀ ਬਿਨਾਂ ਸਰਦਾ ਨਹੀਂ, ਕਿਉਂਕਿ ਉਹਨੂੰ ਸਰਮਾਏ ਦੀ ਲੋੜ ਹੈ, ਇਹਦਾ ਬਦਲ ਦੇਣ ਦੀ ਲੋੜ ਹੈ। ਕਦੇ ਸਰਕਾਰ ਨੇ ਦਿੱਤਾ ਨਹੀਂ, ਸਗੋਂ ਪੂੰਜੀਵਾਦੀ ਸਰਮਾਏ ਦਾ ਬਦਲ ਪੂੰਜੀਵਾਦੀ ਦਿੱਤੀ ਹੈ। ਸਰਮਾਏ ਦਾ, ਜਿਵੇਂ ਪਹਿਲਾਂ ਬਾਰ-ਬਾਰ ਕਹਿਣਾ, ਇਹਦਾ ਮਕਸਦ ਖੇਤ ਦੀ, ਕਿਸਾਨ ਦੀ ਖੁਸ਼ਹਾਲੀ ਜਾਂ ਦੁੱਗਣੀ ਤਿੱਗਣੀ ਨਹੀਂ ਕਰਨਾ, ਉਹਨੂੰ ਦੁੱਗਣੇ ਤਿੱਗਣੇ ਕਰਜ਼ਿਆਂ 'ਚ ਜ਼ਰੂਰ ਫਸਾਉਣਾ। ਜਿਹੜਾ ਸਰਕਾਰ ਦਾ ਵੀ ਦਾਅਵਾ ਹੈ ਆਮਦਨ ਦੁੱਗਣੀ ਹੋ ਜੂਗੀ, ਜਿੰਨਾ ਚਿਰ ਇਹ ਸੂਦਖੋਰੀ, ਲੁੱਟ, ਸਰਮਾਏ ਦੀ ਲੁੱਟ, ਮਹਿੰਗੇ ਲਾਗਤ ਖਰਚੇ ਨੇ, ਕਿਹੜੇ ਤਰਕ ਨਾਲੇ ਕਹਿੰਦੇ ਨੇ ਵੀ ਦੁੱਗਣੀ ਹੋ ਜੂ। ਪਿਛਲੇ 30-70 ਸਾਲ ਦਾ ਜਿਹੜਾ ਤਜਰਬਾ ਹੈ, ਅੱਜ ਕਿਸਾਨ ਖੇਤੀ ਲਈ ਆਪਣੀ ਜਾਨ ਵਾਰ ਰਿਹਾ। ਆਤਮ ਹੱਤਿਆ ਤਾਂ ਦਾ ਮੁੱਲ ਤਾਂ ਵੱਟਿਆ ਉਹਨਾਂ ਨੇ, ਹੋਰ ਨਹੀਂ ਇਹ 'ਚ ਕੁਛ ਹਾਸਲ ਹੋਇਆ ਜੀ। ਇਹਦੇ ਸਭ ਦੇ ਵਿਚਾਲੇ ਆਪਾਂ ਕਈ ਵਾਰੀ ਗਾਣੇ ਵੀ ਸੁਣ ਲੈਂਦੇ ਹਾਂ, ਗਾਣਿਆਂ ਦੇ ਵਿੱਚ ਵੀ ਕਿ ਝੋਨੇ ਦੀ ਮੰਡੀ ਦੇ ਵਿੱਚ ਟਰਾਲੀ ਸੁੱਟੀ ਹੈ ਤੇ ਬੈਂਕਾਂ ਦੇ ਵਿੱਚ ਕਹਿੰਦੇ ਨੋਟ ਬੜੇ ਨੇ। ਇਹਨੂੰ ਕਿੱਦਾਂ ਦੇਖਦੇ ਹੋ ਕਿ ਇਹ ਫਿਰ ਇਹੋ ਜਿਹੀਆਂ ਚੀਜ਼ਾਂ ਜਦੋਂ ਪ੍ਰਚਾਰੀਆਂ ਜਾਂਦੀਆਂ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਕਿਸਾਨ ਤਾਂ ਮਾਲਾ ਮਾਲ ਨਹੀਂ, ਇਹਨਾਂ ਕੋਲ ਚੰਗਾ ਪੈਸਾ ਆ, ਜਦੋਂ ਵੀ ਫਸਲ ਵੇਚ ਵੱਟ ਕੇ ਪਹੁੰਚਦੇ ਨੇ ਤੇ ਮੁੜ ਕੇ ਇਹਨਾਂ ਦੇ ਜੇਬਾਂ 'ਚ ਨੋਟ ਹੀ ਨੋਟ ਹੁੰਦੇ ਨੇ। ਇਹਨੂੰ ਸਾਰੇ ਨੂੰ ਕਿੱਦਾਂ ਤੁਸੀਂ ਕਲੀਅਰ ਕਰਦੇ ਹੋ ਕਿ ਕਿਸ ਤਰ੍ਹਾਂ, ਕਿਵੇਂ ਕਿਸਾਨ, ਸਮੱਸਿਆ ਅਸਲ ਦੇ ਵਿੱਚ ਕਿੱਥੇ ਹੈ? ਜਿਹੜਾ ਇਹ ਪ੍ਰਚਾਰਿਆ ਜਾਂਦਾ ਹੈ ਕਿ ਝੋਨੇ ਦੇ ਨਾਲ ਸਾਨੂੰ ਇੰਨਾ ਮੁਨਾਫਾ ਹੋ ਗਿਆ ਜਾਂ ਕਣਕ ਦੇ ਨਾਲ ਇੰਨਾ ਮੁਨਾਫਾ ਹੋ ਗਿਆ, ਜੇ ਮੁਨਾਫਾ ਹੁੰਦਾ ਹੈ ਤੇ ਫਿਰ ਦੂਜੀਆਂ ਫਸਲਾਂ ਵੱਲ ਕਿਉਂ ਕਿਹਾ ਜਾਂਦਾ ਕਿ ਉੱਧਰ ਪ੍ਰਭਾਵਿਤ ਹੋਵੋ? ਅਸਲ 'ਚ ਇਹਦੇ ਪਿੱਛੇ ਉਹੀ ਮੈਂ ਕਹਿਣਾ, ਜਿਹੜੀ ਇੱਕ ਪੂੰਜੀਵਾਦ ਦੀ ਆਪਣੀ ਇੱਕ ਪੋਲੀਟਿਕਸ ਹੈ, ਉਹਦਾ ਆਪਣਾ ਇੱਕ, ਉਹਨੇ ਇਹਨਾਂ ਗੱਲਾਂ ਨੂੰ ਕਿਵੇਂ ਜਚਾਉਣਾ ਹੈ, ਤਾਂ ਉਹਨਾਂ ਨੇ ਕਰਜ਼ੇ ਲੈ ਕੇ ਜਾਂ ਮਾਰਕੀਟ ਦਾ ਇੱਕ ਲੋੜ ਹੈ ਵੀ ਉਸ ਕਿਸਮ ਦੀਆਂ ਬਿਲਡਿੰਗਾਂ ਚੰਗੀਆਂ ਬਣਨ, ਇੱਟਾਂ ਦੇ ਭੱਠੇ ਲੱਗਣ, ਸੀਮਿੰਟ ਦੀਆਂ ਫੈਕਟਰੀਆਂ ਲੱਗਣ। ਇਹ ਪੂੰਜੀਵਾਦ ਦਾ ਆਪਣਾ ਇੱਕ ਪੈਦਾਵਾਰ ਦਾ ਇੱਕ ਸਿਲਸਿਲਾ, ਜਿਹਦੇ ਲਈ ਲੋਕਾਂ ਕੋਲ ਨਹੀਂ ਪੈਸਾ, ਉਹ ਕਰਜ਼ੇ 'ਤੇ ਲਵੇ। ਅਸਲ 'ਚ ਕਰਜ਼ੇ 'ਤੇ ਮਜਬੂਰੀ, ਬਸ ਇਹ ਮਕਾਨ, ਬਿਲਡਿੰਗਾਂ, ਆ ਜਿਹੜਾ ਖਰਚੇ ਦਾ ਕਲਚਰ ਆ, ਉਹ ਖਰਚਾ ਦਿਖਾਵਾ ਕਲਚਰ, ਇਹ ਪੂੰਜੀਵਾਦ ਸਿਸਟਮ ਦੀ ਦੇਣ ਆ। ਉਹਨੇ ਆਪਣੀ ਮਾਰਕੀਟ ਚਲਾਉਣ ਲਈ ਇਹ ਕਰਜ਼ੇ 'ਤੇ ਲੋਕਾਂ ਦੇ ਉੱਚੇ ਉੱਚੇ ਮਕਾਨ, ਜੋ ਕੁਛ ਇਹਨੂੰ ਇਹ ਦਿਖਾਉਂਦੇ ਸ਼ਾਇਦ ਕਿਸਾਨ ਨੇ ਆਪਣੀ ਆਮਦਨ 'ਚੋਂ ਬਣਾਏ ਨੇ, ਇਹ ਅਸਲ 'ਚੋਂ ਕਰਜ਼ਦਾਰ ਹੋ ਕੇ ਕਿਸਾਨ ਨੇ ਇਸ ਪੂੰਜੀਵਾਦੀ ਲੁੱਟ ਵਾਲੀ ਮੰਡੀ ਨੇ ਉਹਨਾਂ ਨੂੰ ਚੀਜ਼ਾਂ ਆਫਰ ਕੀਤੀਆਂ ਨੇ, ਉਹਨਾਂ ਨੂੰ ਪ੍ਰੋਪੋਗੇਟ ਕੀਤਾ ਵੀ ਚੰਗਾ ਮਕਾਨ ਪਾਉਣਾ ਚਾਹੀਦਾ, ਟਰੈਕਟਰ ਨਾਲ ਖੇਤੀ ਕਰਨੀ ਚਾਹੀਦੀ ਹੈ, ਟਰੈਕਟਰ ਵੇਚਣ ਲਈ, ਜੋ ਮੇਰਾ ਮਤਲਬ ਹਰ ਗੱਲ ਦਾ ਉਹਨੇ ਇੱਕ ਪ੍ਰੋਪੋਗੰਡਾ ਕੀਤਾ, ਉਹਨੂੰ ਇਸ ਕਿਸਮ ਦਾ ਸ਼ੋਅ ਕੀਤਾ, ਕਿਸਾਨ ਖੁਸ਼ਹਾਲ ਹੈ। ਤੁਹਾਨੂੰ ਕੀ ਲੱਗਦਾ ਟਰੈਕਟਰ ਨਾਲ ਖੇਤੀ ਨਹੀਂ ਕਰਨੀ ਚਾਹੀਦੀ, ਹਲ ਨਾਲ ਹੀ ਕਰਨੀ ਚਾਹੀਦੀ ਹੈ? ਮੇਰਾ ਤਾਂ ਬਦਲ ਲਿਆ ਵੀ ਅਸਲ ਜਿਵੇਂ ਅੱਜ 2 ਕਿੱਲੇ ਵਾਲੇ 3 ਕਿੱਲੇ ਵਾਲੇ ਜਦੋਂ ਉਹਨੇ ਸ਼ੁਰੂ ਕੀਤਾ ਵੀ ਜਿਹਦੇ ਕੋਲ ਚੰਗਾ ਰਕਬਾ ਸੀ, 20-25 ਕਿੱਲੇ ਜ਼ਮੀਨ ਸੀਗੀ ਘੱਟੋ ਘੱਟ, ਉਹਨੂੰ ਬੈਂਕਾਂ ਨੇ ਲੋਨ ਸ਼ੁਰੂ ਕੀਤਾ। ਪਰ ਜਿਉਂ-ਜਿਉਂ ਇਹਨਾਂ ਨੇ ਫਿਰ ਉਹ ਮਾਰਕੀਟ ਵਧਾਉਣੀ ਸੀ, ਫਿਰ ਇੱਕ ਨਾਅਰਾ ਦੇਤਾ ਹਰ ਕੋਲ ਵੀ ਆਪਣਾ ਸੰਦ ਚਾਹੀਦਾ, 2 ਕਿੱਲੇ ਵਾਲੇ ਕੋਲ ਵੀ ਟਰੈਕਟਰ ਚਾਹੀਦਾ, 2 ਕਿੱਲੇ ਵਾਲੇ ਵੀ ਟਰੈਕਟਰ ਲੈ ਲਓ। ਫਿਰ ਕਰਜ਼ਾ ਦੇਣ ਦੀਆਂ ਖੁੱਲ੍ਹਾਂ, ਕਰਜ਼ਾ ਦੇਣ ਦੀਆਂ ਜਿਹੜਾ ਬੈਂਕਾਂ ਨੇ ਉਹ ਜਿਹੜੇ ਨੀਤੀ
ਉਹਨੂੰ ਖੋਲ੍ਹਤੀ ਵੀ 2 ਕਿੱਲੇ ਵਾਲਾ ਵੀ ਟਰੈਕਟਰ ਲੈ ਜਾਓ। ਤਾਂ ਇਹਦਾ ਮਤਲਬ ਵੀ ਆਪਣਾ ਉਹ ਟਰੈਕਟਰ ਵੇਚਣ ਲਈ ਫਿਰ ਉਹਨਾਂ ਨੇ ਇਹ ਹਰ ਇੱਕ ਦੇ 2 ਕਿੱਲੇ 3 ਕਿੱਲੇ ਵਾਲੇ ਕਿਸਾਨ ਨੂੰ ਵੀ ਟਰੈਕਟਰ ਦੇ ਦਿੱਤੇ, ਨਵੇਂ ਮਾਡਲ ਦੇ ਟਰੈਕਟਰ ਦੇ ਦਿੱਤੇ। ਤਾਂ ਜਿਹਦੇ ਕਰਕੇ ਇਹਦੇ ਮੁਕਾਬਲੇ 'ਤੇ ਜਿਹੜੀ ਇਕੋਨਮੀ ਹੈ ਉਹਨੂੰ ਉਵੇਂ ਨਹੀਂ ਸਾਵਾਂ ਕੀਤਾ। ਚਾਹੀਦਾ ਇਹ ਸੀਗਾ, ਸਰਕਾਰ ਨੇ ਚਾਹੇ ਯਤਨ ਕੀਤੇ ਨੇ ਵੀ ਜਿਹੜਾ ਸਰਕਾਰੀ ਤੌਰ 'ਤੇ ਪਿੰਡ ਪੱਧਰ 'ਤੇ ਇੱਕ ਟਰੈਕਟਰ, 4 ਟਰੈਕਟਰ, 5 ਟਰੈਕਟਰ ਉਹ ਸਾਂਝੇ ਤੌਰ 'ਤੇ ਕਿਸਾਨ ਆਪਣੀ ਵਾਹੀ ਦੀ ਲੈ ਕੇ ਜਾਂਦਾ ਖੇਤਾਂ 'ਚ। ਉਹਦੀ ਜਿਹੜਾ ਇੱਕ ਨਿੱਜੀ ਕਿਸਮ ਦਾ ਇੱਕ ਜਿਹੜਾ ਟਰੈਂਡ ਹੈ ਸਰਮਾਏ ਦਾ, ਹਮੇਸ਼ਾ ਨਿੱਜੀ ਮੁਨਾਫਾ, ਤਾਂ ਨਿੱਜੀ ਲੋਕਾਂ ਦੀ ਸਮਝ ਸੋਚ, ਮੈਨੂੰ ਤਾਂ ਆਪਣਾ ਹੀ ਸੰਦ ਚਾਹੀਦਾ, ਮੈਨੂੰ ਕਿਸੇ ਨੇ ਮੰਗਿਆ ਨਹੀਂ ਦੇਣਾ, ਮੈਨੂੰ ਕਿਸੇ ਨੇ ਮੰਗੀ ਟਰਾਲੀ ਨਹੀਂ ਦੇਣੀ, ਆਪਣੀ ਟਰਾਲੀ ਬਣਾਓ, ਆਪਣੇ ਹਲ ਬਣਾਓ। ਇਹ ਅਸਲ 'ਚ ਜਿਹੜਾ ਮਾਰਕੀਟ ਦਾ ਦੂਜਾ ਪ੍ਰੋਪੇਗੈਂਡਾ ਹੈ, ਤਾਂ ਕਿ ਐਗਰੀ ਬੇਸਡ ਜਿਹੜੀ ਇੰਡਸਟਰੀ ਉਹ ਡਿਵੈਲਪ ਹੋਵੇ। ਤਾਂ ਉਹਦੇ 'ਚੋਂ ਫਿਰ ਕਰਜ਼ੇ ਨਾਲ ਦੇ ਕੇ ਸਾਰਾ ਕੁਛ ਉਹਨਾਂ ਨੇ ਪੂਰਾ ਕੀਤਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕਿਸਾਨਾਂ ਦੀ ਆਪਣੀ ਸਮਝ ਵੀ ਕੰਮ ਕਰਨੀ ਚਾਹੀਦੀ ਹੈ? ਜੇ ਉਹ ਟਰੈਕਟਰ ਲੈਂਦੇ ਨੇ ਜਾਂ ਕਰਜ਼ਾ ਲੈਂਦੇ ਨੇ ਜਾਂ ਫੁਕਰਪੁਣੇ ਦੇ ਵਿੱਚ ਉਡਾਉਂਦੇ ਨੇ ਜਾਂ ਗਾਣਿਆਂ ਦੇ ਜ਼ਰੀਏ ਪੇਸ਼ ਕੀਤਾ ਜਾਂਦਾ ਹੈ, ਤਾਂ ਫਿਰ ਉਹਨਾਂ ਦੀ ਆਪਣੀ ਗਲਤੀ ਹੈ। ਪਿੰਡ ਪੱਧਰ ਦੇ ਉੱਥੇ ਨਹੀਂ ਸੀ ਜਥੇਬੰਦੀਆਂ ਨੂੰ ਚਾਹੀਦਾ ਕਿ ਉੱਥੇ ਲੋਕਾਂ ਨੂੰ ਜਾਗਰੂਕ ਕਰਨ, ਉੱਥੇ ਲੋਕਾਂ ਦੇ ਵਿੱਚ ਇਕਜੁੱਟਤਾ ਦਿਖਾਉਣ, ਜਿਹੜੀ ਇਕਜੁੱਟਤਾ ਹੁਣ ਉੱਥੇ ਦਿਖਾਈ ਜਾ ਰਹੀ ਹੈ ਬਾਰਡਰਾਂ 'ਤੇ? ਅਸਲ 'ਚ ਜਿਹੜੀਆਂ ਜਥੇਬੰਦੀਆਂ ਦਾ ਜਿਹੜਾ ਤੋਰਾ ਹੈ, ਖਾਸ ਤੌਰ 'ਤੇ ਭਾਰਤੀ ਏਸ਼ੀਅਨ ਦਾ ਤੋਰਾ ਤੋਰਿਆ, ਉਹਨਾਂ ਲੱਗਿਆ ਹਰੇ ਇਨਕਲਾਬ ਜਦੋਂ ਕੋਈ ਕਰਜ਼ੇ 'ਤੇ ਖੇਤਾਂ ਜ਼ਮੀਨ ਦੀ ਡਿਵੈਲਪਮੈਂਟ ਹੋਈ, ਪਾਣੀ ਸਹੂਲਤਾਂ, ਟਰੈਕਟਰਾਂ ਨਾਲ ਵਹਾਈ, ਮਸ਼ੀਨਰੀ, ਜਿਹੜਾ ਤਕਨੀਕ ਨੇ ਪੈਦਾਵਾਰ ਵਧਾਈ, ਉਹ 'ਚ ਸ਼ੁਰੂ 'ਚ ਲੱਗਿਆ ਵੀ ਅਸੀਂ ਇਸ ਮਾਡਲ 'ਚ ਖੁਸ਼ਹਾਲ ਹੋ ਰਹੇ ਹਾਂ। ਤਾਂ ਜਿਹਦੇ ਕਰਕੇ ਉਹਦੀਆਂ ਰੁਚੀਆਂ ਇਹਦੇ ਨਾਲ ਹੀ ਜੁੜ ਗਈਆਂ, ਬਿਨਾਂ ਸੋਚੇ ਸਮਝੇ ਵੀ ਨਾ ਕਰਜ਼ੇ ਨੇ ਬਾਅਦ 'ਚ ਸਾਡਾ ਭਾਅ ਪੂਰਾ ਨਾ ਮਿਲਣ ਕਰਕੇ ਸਾਡੇ 'ਤੇ ਕੀ ਮਾਰ ਪੈਣੀ ਹੈ, ਜਿਹੜਾ ਪੂੰਜੀਵਾਦ ਨੇ ਸਾਡੇ 'ਤੇ ਕਿਵੇਂ ਹਮਲਾ ਕਰਨਾ। ਇਸ ਵਿਧੀ ਨੂੰ, ਇਸ ਆਰਥਿਕਤਾ ਨੂੰ ਕਿਸਾਨ ਜਾਣ ਨਹੀਂ ਸਕਦਾ। ਨਾ ਹੀ ਸਾਡੇ ਦੇਸ਼ ਦੇ ਕਿਸੇ ਅਰਥ ਵਿਗਿਆਨੀ ਬੁੱਧੀਜੀਵੀ ਨੇ ਸਾਨੂੰ ਇਸ ਗੱਲ ਲਈ ਸੁਚੇਤ ਕੀਤਾ। ਜੋ ਵਿਚਾਰਧਾਰਾ ਜੋ ਸਾਨੂੰ ਪੂੰਜੀਵਾਦ ਨੇ ਆਪਣੇ ਹਿੱਤਾਂ ਮੁਤਾਬਕ ਪਰੋਸੀ, ਉਹਦੇ 'ਚ ਅਸੀਂ ਫਸੇ ਗਏ। ਤਾਂ ਮੇਰਾ ਰੌਲਾ ਇਹ ਹੈ, ਜਾਂ ਆਪਣੀ ਅੱਜ ਲੋੜ ਹੈ ਕਿਸਾਨਾਂ ਦੀ, ਸਾਨੂੰ ਅੱਜ ਬਦਲਵਾਂ ਕੋਈ ਜਿਹੜਾ ਖੇਤੀ ਮਾਡਲ ਦੇਣਾ ਚਾਹੀਦਾ। ਜਿਵੇਂ ਮੈਂ ਸਮਝੂੰਗਾ ਵੀ ਕੋਆਪਰੇਟਿਵ ਖੇਤੀ ਦਾ ਨਾਅਰਾ ਦੇਣਾ ਚਾਹੀਦਾ। ਛੋਟੀ ਦਰਮਿਆਨੀ ਕਿਸਾਨੀ ਦਾ ਅਸੀਂ ਪਿੰਡਾਂ 'ਚ ਉਹ 2-2, 4-4 ਕਿੱਲਿਆਂ ਦਾ ਸਾਂਝਾ ਖੇਤ, ਸਾਂਝੇ ਹਿੱਸੇ, ਘੱਟ ਟਰੈਕਟਰ, ਲੋੜ ਮੁਤਾਬਕ ਲੋਕਲ ਮੰਡੀ, ਸਬਜ਼ੀ ਵੇਚਣ ਦੀ ਮੰਡੀ, ਔਰ ਖਾਦ ਖੁਰਾਕ ਦੀਆਂ ਪ੍ਰੋਸੈਸ ਕਰਨ ਦੀ, ਝੋਨਾ ਵਗੈਰਾ ਛੱਡਣ ਦੀਆਂ ਮਸ਼ੀਨਾਂ, ਆਟਾ ਪੀਹਣ ਦੀਆਂ ਮਸ਼ੀਨਾਂ, ਇਹ ਸਾਰਾ ਕੁਛ ਹੀ ਸਾਨੂੰ ਇਹ ਬਦਲ ਦੇ ਤੌਰ 'ਤੇ ਦੇਣਾ ਚਾਹੀਦਾ। ਜਤਿੰਦਰ ਸਾਹਿਬ, ਕਿਸਾਨ ਆਪਣੇ ਤੌਰ 'ਤੇ ਕਿਉਂ ਨਹੀਂ ਉਪਰਾਲਾ ਕਰਦੇ ਕਿ ਅਸੀਂ ਆਪਣਾ ਸਮਾਨ ਬਣਾਈਏ, ਅਸੀਂ ਆਪਣੀ ਉਪਜ ਪੈਦਾ ਕਰਕੇ ਉਹਨੂੰ ਸ਼ਹਿਰਾਂ ਦੇ ਵਿੱਚ ਜਾਂ ਲੋਕਾਂ ਤੱਕ ਮਾਰਕੀਟਿੰਗ ਦੇ ਲਈ ਅਸੀਂ ਪਹੁੰਚੀਏ, ਲੋਕਾਂ ਤੱਕ ਪਹੁੰਚ ਕਰੀਏ? ਇੱਧਰਲੇ ਪਾਸੇ ਕਿਉਂ ਨਹੀਂ ਤੁਰਦਾ, ਬਜਾਏ ਇਸ ਦੇ ਕਿ ਸਰਕਾਰਾਂ ਦੇ ਵੱਲ ਦੇਖੀ ਜਾਓ ਕਿ ਸਰਕਾਰ ਸਾਡੇ ਲਈ ਆਹ ਸਕੀਮ ਲਿਆਏ, ਸਰਕਾਰ ਉਹ ਲਿਆਏ? ਅਸਲ 'ਚ ਜਿਹੜੇ ਸਾਡਾ ਹੁਣ ਤੱਕ ਦਾ ਜਿਹੜਾ ਕਿਸਾਨ ਜਥੇਬੰਦੀਆਂ ਦਾ ਇਤਿਹਾਸ ਹੈ, ਖਾਸ ਤੌਰ 'ਤੇ ਭਾਰਤੀ ਯੂਨੀਅਨ ਦਾ ਇਤਿਹਾਸ ਹੈ, ਉਹ ਮਾਲ ਕਿਸਾਨੀ ਹੈ, ਜਿਹੜੀ ਕਿਸੇ ਹੱਦ ਤੱਕ ਖਾਂਦੀ ਪੀਂਦੀ ਕਿਸਾਨੀ ਦਾ ਹਿੱਸਾ, ਉਹਦੀ ਅਗਵਾਈ ਕਰਦੇ ਨੇ। ਇਹ ਉਹਨਾਂ ਦੀਆਂ ਮੋਟੇ ਰੂਪ ਸਮੱਸਿਆਵਾਂ ਨੇ, ਜਿਹੜੀ ਕਿਸਾਨੀ ਦੀਆਂ ਸਮੱਸਿਆਵਾਂ ਨੇ, ਉਹਨਾਂ ਦਾ ਇਸ ਮੂਵਮੈਂਟ 'ਤੇ ਆਗੂ ਰੋਲ ਨਹੀਂ। ਉਹਨਾਂ ਦੀ ਇਸ ਕਰਕੇ ਜਿਹੜੀ ਆਵਾਜ਼ ਹੈ, ਉਹ ਜਿਹੜੇ ਸੂਝਵਾਨ ਜਥੇਬੰਦੀ ਦੇ ਆਗੂਆਂ ਨੂੰ ਜਾਂ ਜਿਹੜਾ ਸਾਰਾ ਇਸ ਇਕੋਨਮੀ ਨੂੰ ਪੂਰੀ ਤਰ੍ਹਾਂ ਜਾਣਨ, ਉਹਨਾਂ ਨੂੰ ਬਦਲੇ ਰੂਪ 'ਚ ਚੀਜ਼ਾਂ ਪੇਸ਼ ਕਰਨੀਆਂ ਚਾਹੀਦੀਆਂ, ਜ਼ਰੂਰੀ ਪੇਸ਼ ਕਰਨੀਆਂ ਚਾਹੀਦੀਆਂ ਨੇ। ਨਹੀਂ ਜਿਹੜਾ ਕਿਸਾਨ ਦੀ ਜਿਹੜੀ ਹਾਲਤ ਹੈ ਉਹ ਇੱਦੋਂ ਵੀ ਬੁਰੀ ਤੋਂ ਬੁਰੀ ਹੋਊਗੀ, ਬੁਰੀ ਹਾਲਤ ਤਾਂ ਹੈ। ਜਾਣੀ ਅਸੀਂ ਇਹਦੇ 'ਚ ਹਾਲੇ ਨਾਅਰਿਆਂ ਤੱਕ ਹੀ ਸੀਮਿਤ ਹੈ। ਕਰਜ਼ਾ ਮਾਫੀ ਹੋਵੇ, ਹੋਵੇ, ਉਹਦਾ ਬਦਲ ਨਹੀਂ ਦੇ ਰਹੇ, ਔਰ ਉਹਦੇ ਲਈ ਕੋਈ ਜਿਹੜੀ ਠੋਸ ਬੱਝਵੀਂ ਸਟਰਗਲ ਵੀ ਨਹੀਂ ਦੇ ਰਹੇ। ਜੀ, ਆਪਾਂ ਇਸ ਪ੍ਰੋਗਰਾਮ ਦੇ ਆਖਰੀ ਸਮੇਂ ਵੱਲ ਜਾਂਦੇ ਹਾਂ। ਕੀ ਲੱਗਦਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ, ਜੇ ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਥੋੜ੍ਹਾ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਜੇ ਆਹ ਹੱਲ ਕੀਤਾ ਜਾਏ ਤਾਂ ਇਸ ਤਰ੍ਹਾਂ ਆਮਦਨ ਇੰਨੀ ਹੋ ਸਕਦੀ ਹੈ, ਗਿਣਤੀ ਦੇ ਵਿੱਚ ਇੱਦਾਂ ਆਮਦਨ ਦੁੱਗਣੀ ਹੋ ਸਕਦੀ ਹੈ। ਸਰਕਾਰ ਜਿਹੜੇ ਭਰੋਸੇ ਦਿੰਦੀ ਹੈ, ਉਹ ਭਰੋਸਿਆਂ ਦੇ ਵਿੱਚ ਜੇ ਕਿਸਾਨ ਨਹੀਂ ਆਉਂਦੇ ਤਾਂ ਤੁਸੀਂ ਦੱਸੋ ਕਿ ਕਿੱਦਾਂ ਆਮਦਨ ਦੁੱਗਣੀ ਹੋਏਗੀ? ਫਿਰ ਅਸਲ 'ਚ ਆਮਦਨ ਤਾਂ ਨਹੀਂ ਦੁੱਗਣੀ ਹੁੰਦੀ, ਗਰੀਬੀ, ਕਿਸਾਨ ਦੀ ਤੰਗੀ ਜ਼ਰੂਰ ਦੁੱਗਣੀ ਹੋਊਗੀ, ਆਤਮ ਹੱਤਿਆ ਦੁੱਗਣੀਆਂ ਹੋ ਜਾਣਗੀਆਂ, ਕਿਉਂਕਿ ਇਹਦਾ ਕੋਈ ਬਦਲ ਨਹੀਂ ਨਾ। ਅਸਲ ਜਿਹੜੇ ਸਿਸਟਮ 'ਚ ਖੇਤੀ ਨੂੰ ਚਲਾਇਆ ਜਾ ਰਿਹਾ, ਹੁਣ ਸਿੱਧਮ ਸਿੱਧਾ ਕਾਰਪੋਰੇਟ ਸੈਕਟਰ ਦੀ ਖੇਤੀ ਦਾ ਨਾਅਰਾ ਆ ਗਿਆ। ਕਾਰਪੋਰੇਟ ਤਾਂ ਪੂੰਜੀਵਾਦ ਦਾ ਇੱਕ ਉਹ ਸੰਗਠਨਤ ਔਰ ਇਕੱਠਾ ਰੂਪ ਹੈ, ਜਿਹੜਾ ਸੁੰਗੜ ਕੇ ਕੁਛ ਵਿਅਕਤੀਆਂ 'ਚ ਆ ਜਾਂਦਾ, ਕੁਛ ਕੰਪਨੀਆਂ ਦੇ ਅੰਡਰ ਆ ਜਾਂਦਾ। ਜਿਹੜਾ ਪੂੰਜੀਵਾਦ ਦਾ ਆਮ ਵਰਤਾਰਾ ਵੀ ਖਤਮ ਹੋ ਜਾਂਦਾ ਹੈ। ਛੋਟਾ ਕਾਰਖਾਨੇਦਾਰ, ਛੋਟੇ ਕਿੱਤੇ ਕਾਰੋਬਾਰ, ਉਹਨਾਂ ਨੂੰ ਵੀ ਆਪਣੀ ਮੁਨਾਫੀ ਦੇ ਅੰਡਰ
ਹੜੱਪ ਲੈਂਦਾ ਹੈ। ਇਸ ਕਰਕੇ ਉਹ ਸੰਸਾਰ ਪੱਧਰ 'ਤੇ ਅੱਜ ਇਹ ਜਿਹੜੀਆਂ ਕੋਈ ਕੰਪਨੀਆਂ, ਕੁਛ ਅਦਾਰੇ ਕਾਰਪੋਰੇਟ ਸੈਕਟਰ ਦੇ ਰੂਪ 'ਚ ਇਕੱਠੇ ਨੇ, ਸਾਡੀਆਂ ਹਰ ਮੁਲਕ ਦੀਆਂ ਸਰਕਾਰਾਂ ਨੂੰ, ਉਹਨਾਂ ਦੀਆਂ ਮੰਡੀਆਂ ਨੂੰ ਉਹਨਾਂ ਨੇ ਕੈਪਚਰ ਕਰ ਲਿਆ। ਇੱਥੇ ਉਹ ਆਪਣੇ ਢੰਗ ਦੀਆਂ ਨੀਤੀਆਂ, ਪਾਲਿਸੀਆਂ, ਜਿਵੇਂ ਆਪਣੇ ਹਿੰਦੁਸਤਾਨ ਦੀ ਖੇਤੀ ਬਾਕੀ ਸੈਕਟਰਾਂ ਨਾਲੋਂ ਹਾਲੇ ਵੀ ਇਹਦੇ 'ਚੋਂ ਕੁਛ ਆਮਦਨ 'ਚ ਵਾਧਾ ਹੋ ਰਿਹਾ, GDP 'ਚ ਵਾਧਾ ਹੋ ਰਿਹਾ। ਤਾਂ ਇਸ ਕਰਕੇ ਇਹਦੀ ਬਹੁਤ ਵੱਡੀ ਜਿਹੜੀ ਸਾਡੀ ਖੇਤੀ ਦੀ ਮਾਰਕੀਟ ਹੈ, ਮੇਰੇ ਖਿਆਲ 11-12 ਕਰੋੜ ਦਾ ਸਾਡਾ ਜਿਹੜਾ ਖੇਤੀ ਦੀ ਜਿਹੜੀ ਪੈਦਾਵਾਰ ਬਾਹਰ ਜਾਂਦੀ ਹੈ, ਜਾਣੀ ਉਹ ਤੋਂ ਹੀ ਜੇ ਸਰਕਾਰ ਕੰਟਰੋਲ ਕਰੇ, ਉਹਨਾਂ ਕੰਪਨੀਆਂ ਨੂੰ ਨਾ ਦੇਵੇ। ਪਰ ਸਰਕਾਰ ਅੱਜ ਕੱਲ੍ਹ ਨਿੱਜੀਕਰਨ ਦੇ ਪਾਸੇ ਚਲੀ ਗਈ, ਡੀ ਕੰਟਰੋਲ ਹੋ ਗਿਆ। ਜਾਣੀ ਸਰਕਾਰ ਨੇ ਆਪਣੇ ਆਪ ਹੀ ਜਿਹੜਾ ਹੁਣ ਦਾ ਮੌਜੂਦਾ ਬਜਟ ਜਿਹੜਾ ਆਪਾਂ ਨੂੰ ਜਾਣਨਾ ਚਾਹੀਦਾ, ਹਰ ਚੀਜ਼ ਪ੍ਰਾਈਵੇਟ ਕਰਤੀ, ਖੇਤੀ ਦਾ ਨਿੱਜੀਕਰਨ ਕਰਤਾ। ਜਿਹੜਾ ਸਰਕਾਰ ਦਾ ਕੰਟਰੋਲ ਸੀਗਾ, MSP ਮਿਥਣਾ, ਘੱਟ ਵੱਧ ਮਿਥਣਾ ਜਾਂ ਹੋਰ ਸਹੂਲਤਾਂ ਦੇਣੀਆਂ, ਉਹ ਬਾਹਰ ਹੋ ਗਈ। ਕਿਉਂਕਿ ਵਰਲਡ ਬੈਂਕ ਨੇ ਜਦੋਂ ਆਖਰੀ ਗੱਲਬਾਤ ਗੇਟ ਦੀ ਗੱਲ ਚੱਲਦੀ ਸੀ ਕਿਸਾਨ ਜਥੇਬੰਦੀਆਂ, ਉਹਨਾਂ ਨੇ ਉਸੇ ਦਿਨ ਹੀ ਇੱਕ ਇੰਡੀਕੇਸ਼ਨ ਦੇ ਦਿੱਤਾ, ਜਿਹੜੀ ਖਬਰ ਵੀ ਫਿਰ ਆਈ ਆ ਪ੍ਰੈਸ 'ਚ, ਵੀ ਤੁਸੀਂ FCI ਰਾਹੀਂ ਕਿਵੇਂ ਖਰੀਦ ਕਰੇਂਗੇ। ਉਹ FCI ਨੇ ਪਹਿਲਾਂ ਹੀ ਸਾਡਾ ਵਰਲਡ ਬੈਂਕ ਦਾ 2.5 ਕਰੋੜ ਦੇ ਕਰੀਬ ਕਰਜ਼ਾ ਦੇਣਾ, ਅਸੀਂ ਇਹਨੂੰ ਨਵੀਂ ਖਰੀਦ ਲਈ ਕੋਈ ਪੈਸਾ ਨਹੀਂ ਦੇਣਾ। ਇਸ ਕਰਕੇ ਜਿਹੜਾ ਬਦਲ ਤੁਸੀਂ ਨਾ 3 ਕਾਨੂੰਨਾਂ ਰਾਹੀਂ ਲੈ ਕੇ ਆਓ, ਇਹੀ ਸਹੀ ਬਦਲ ਹੈ। ਤਾਂ ਇਸ ਕਰਕੇ ਉਹ ਜੋ ਸਾਮਰਾਜ ਨੇ ਸਿੱਧਾ ਡਿਕਟੇਟ ਕਰਤਾ, ਕਿਉਂਕਿ ਸਾਡੇ ਮੁਲਕ ਦੀ ਇਹ ਪੋਜੀਸ਼ਨ ਨਹੀਂ, ਕਿਉਂਕਿ ਸਾਰੀ ਬੱਚਤ ਹੈ ਜਿਹੜੀ ਘਾਟੇ ਵਾਲੀ ਆ, ਵੱਡੀਆਂ ਕੰਪਨੀਆਂ ਦੇ ਹਿੱਤਾਂ ਚਲੀ ਗਈ, ਬੈਂਕਾਂ ਦਾ ਨਿੱਜੀਕਰਨ ਹੋ ਗਿਆ, ਵੱਡੀਆਂ ਕੰਪਨੀਆਂ ਦੇ ਕਰਜ਼ੇ ਮਾਫ ਹੋ ਗਏ, ਸਾਰਾ ਕੁਛ ਹੋ ਗਿਆ। ਤਾਂ ਸਾਰੀ ਜਿਹੜੀ ਇੱਕ ਬਰਬਾਦੀ ਦਾ, ਇਕੋਨਮੀ ਦਾ ਇੱਕ ਨਕਸ਼ਾ ਸਾਫ਼ ਹੋ ਗਿਆ। ਪਰ ਮੈਨੂੰ ਲੱਗਦਾ ਸਾਡੇ ਲੋਕਾਂ ਨੂੰ, ਜਾਂ ਸਾਡੇ ਘੱਟੋ ਘੱਟ ਲੋਕ ਤਾਂ ਹਾਲੇ ਦੂਰ ਦੀ ਗੱਲ ਹੈ, ਅਰਥ ਵਿਗਿਆਨੀਆਂ ਨੂੰ ਕਿਸੇ ਨੇ ਨਹੀਂ ਇਸ ਗੱਲ ਲਈ ਰੌਲਾ ਪਾਇਆ ਵੀ ਕਿੱਡਾ ਬਰਬਾਦੀ ਵਾਲਾ ਸਰਕਾਰ ਦਾ ਜਿਹੜਾ ਰੁਖ ਹੈ। ਸਗੋਂ ਇਹਦੇ 'ਚ ਵਿੱਚ ਵਿਚਾਲੇ ਵਾਲਾ ਗੱਲ ਹੈ ਵੀ ਗੱਲਬਾਤ ਕਰ ਲੈਣੀ ਚਾਹੀਦੀ ਹੈ, ਸਰਕਾਰ ਨੂੰ ਸਮਝਾਉਣਾ ਚਾਹੀਦਾ ਹੈ। ਜਾਣੀ ਇਹ ਤਾਂ ਅਸਲ 'ਚ ਦੋ ਸਿਰੇ ਦੀਆਂ ਦੋ ਜਮਾਤਾਂ ਦਾ, ਦੋ ਹਿੱਤਾਂ ਦਾ ਟਕਰਾਅ ਹੈ। ਜਾਣੀ ਪੂੰਜੀ ਦਾ ਔਰ ਜਿਹੜਾ ਸਮਾਜ ਦਾ, ਸਮਾਜਿਕ ਜਿਉਣ ਵਾਲੇ ਹਿੱਤਾਂ ਦਾ ਉਹ ਹੈ ਸਟਰਗਲ, ਇੱਕ ਨਿੱਜੀ ਮੁਨਾਫੇ ਦੀ ਉਹ ਹੈ ਲੜਾਈ। ਇਸ ਕਰਕੇ ਜਿੰਨਾ ਚਿਰ ਅਸੀਂ ਇਹਦਾ ਨਖੇੜਾ ਨਹੀਂ ਕਰਦੇ, ਇਹ ਸੂਝ-ਬੂਝ ਇਸ ਕਿਸਮ ਦਾ ਪ੍ਰਚਾਰ, ਪ੍ਰੋਪੇਗੈਂਡਾ ਅਰਥ ਵਿਗਿਆਨੀ ਜੋ ਵੀ ਬੁੱਧੀਜੀਵੀ ਨਹੀਂ ਦਿੰਦੇ, ਸਾਡੀ ਚੇਤਨਤਾ, ਕਿਸਾਨਾਂ ਦੀ ਚੇਤਨਤਾ, ਲੋਕਾਂ ਦੀ ਚੇਤਨਤਾ ਨਹੀਂ ਅੱਗੇ ਵਿਕਸਿਤ ਹੁੰਦੀ। ਠੀਕ ਹੈ, ਕਿਸਾਨਾਂ ਨੇ ਸਭ ਤੋਂ ਵੱਧ ਇਸ ਗੱਲ ਨੂੰ ਸਮਝ ਲਿਆ ਵੀ ਮੇਰੀ ਹੋਂਦ, ਮੇਰੀ ਜ਼ਮੀਨ, ਮੇਰਾ ਕਿੱਤਾ, ਮੇਰਾ ਕਾਰੋਬਾਰ। ਛੋਟਾ ਦੁਕਾਨਦਾਰ ਵੀ ਸਮਝ ਰਿਹਾ ਵੱਡੇ ਮਾਲ, ਵੱਡੀਆਂ ਕੰਪਨੀਆਂ ਇਹ ਸਾਰੀਆਂ ਸਾਡੀਆਂ ਛੋਟੀ ਦੁਕਾਨਦਾਰਾਂ ਨੂੰ ਖਾ ਜਾਣਗੀਆਂ। ਯਾਨੀ ਇਸ ਪਾਸਿਓਂ ਤਾਂ ਲੋਕਾਂ ਨੂੰ ਸਮਝ ਆ ਰਹੀ ਹੈ। ਪਰ ਸਾਡੀ ਇਸ ਆਰਥਿਕ ਚਾਲ ਨੂੰ, ਜਿਹੜਾ ਪੂੰਜੀਵਾਦੀ ਕਾਰਪੋਰੇਟ ਸੈਕਟਰ ਵਾਲਾ ਢਾਂਚਾ ਪਿਛਲੇ ਅੰਗਰੇਜ਼ਾਂ ਤੋਂ ਲੈ ਕੇ ਮੈਂ ਕਹੂੰ 47 ਤੋਂ ਵੀ ਕੰਟੀਨਿਊ ਰਿਹਾ, ਉਹਦੇ ਕਿਸੇ ਨੇ ਨਹੀਂ ਹਿੱਟ ਕੀਤਾ, ਸਗੋਂ ਸਾਨੂੰ ਮੂਰਖ ਬਣਾਇਆ। ਮੁਲਕ ਸਾਡਾ ਤਰੱਕੀ ਕਰ ਰਿਹਾ, ਨਿਰੀਆਂ ਜਿਹੜੀਆਂ ਸਰਕਾਰ ਦੀਆਂ ਗੱਪਾਂ ਨੇ, ਗਪੌਰ ਨੇ, 15 ਲੱਖ ਵਾਪਸ ਆਜੂ, ਫਲਾਣਾ ਆਜੂ, ਅਸੀਂ ਕਿਤੇ ਵੀ ਉਹਨੂੰ ਕ੍ਰਿਟੀਸਾਈਜ਼ ਨਹੀਂ ਕੀਤਾ, ਉਹਦੇ ਵਿੱਚ ਲੋਕਾਂ ਨੂੰ ਅਵੇਅਰ ਨਹੀਂ ਕੀਤਾ। ਸਰਕਾਰ ਦੇ ਇਸ ਝੂਠੇ ਦਾਅਵਿਆਂ ਨੂੰ ਕਦੇ ਵੀ ਉਹਨੇ ਪੂਰਾ ਨਹੀਂ ਕੀਤਾ, ਕਿਸਾਨ ਦੀ ਆਮਦਨ ਦੁੱਗਣੀ ਹੋ ਜੂ। ਕਿਸੇ ਵੀ ਸਾਡੇ ਅਰਥ ਵਿਗਿਆਨੀ ਨੇ ਇਸ ਕਿਸਮ ਦੀ ਬਹਿਸ 'ਚ ਨਹੀਂ ਪਏ, ਜਿਹੜਾ ਕਿ ਸਰਕਾਰ ਦਾ ਨਿਰਾ ਝੂਠ ਸੀਗਾ। ਅਤੇ ਇਸ ਕਰਕੇ ਮੈਂ MSP ਦਾ ਕਾਨੂੰਨ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦਾ ਕਹਿੰਦੇ ਨੇ, ਉਹ ਬਣਨ ਦੇ ਨਾਲ ਆਮਦਨ ਦੁੱਗਣੀ ਹੋ ਜਾਏਗੀ, ਯਕੀਨ ਹੈ ਇਸ ਗੱਲ ਦਾ? ਨਾ, ਬਿਲਕੁਲ ਨਹੀਂ ਹੁੰਦੀ। ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਉਸ ਮੁਤਾਬਕ ਤਾਂ ਭਾਅ ਦੇ ਮਿਥਣ ਦਾ MSP ਦਾ ਫਾਰਮੂਲਾ ਇਹ ਰਿਹਾ ਤਾਂ ਕਿ ਲੋਕਾਂ ਨੂੰ, ਗਰੀਬਾਂ ਨੂੰ ਅਨਾਜ ਨਾ ਮਿਲੇ। ਜੇ ਮੈਂ ਮੋਟੀ ਮਿਸਾਲ ਦੇ ਦਾਂ, ਜਦੋਂ 1967 'ਚ ਭਾਅ ਬੰਨਿਆ, ਕਣਕ ਦਾ ਭਾਅ ਸੀਗਾ 76 ਰੁਪਈਏ, ਔਰ ਮਹਿੰਗਾਈ ਵੱਧ ਗਈ, ਆਮ ਛੋਟੇ ਮਜ਼ਦੂਰ ਦੀ ਜਾਂ ਮੁਲਾਜ਼ਮ ਦੀ 120 ਗੁਣਾ ਵੱਧ ਗਈ। 120 ਨੂੰ ਛੱਡੋ, 100 ਗੁਣਾ ਜੇ ਆਪਾਂ ਮਲਟੀਪਲਾਈ ਕਰ ਲਈ, ਅੱਜ ਖੇਤੀ ਦਾ ਕਣਕ ਦਾ ਕੁਇੰਟਲ 7600 ਦਾ ਚਾਹੀਦਾ, ਤਾਂ ਹੁਣ ਕਿੰਨਾ 2000 ਆ ਜਿਹੜਾ ਪਾੜਾ। ਇਸ ਕਰਕੇ ਵੀ ਕਿਉਂਕਿ ਲੋਕਾਂ ਨੂੰ ਅਨਾਜ ਮਹਿੰਗਾ ਨਾ ਮਿਲੇ, ਇਹ 'ਤੇ ਤਾਂ ਉਹਨਾਂ ਨੇ MSP ਰਾਹੀਂ ਕੰਟਰੋਲ ਕਰਤਾ। ਪਰ ਜਿਨੇ ਤੇ ਖਰਚਾ ਵੱਧਦਾ ਗਿਆ, ਜਿਹੜਾ ਰੇਹ ਦਾ ਥੈਲਾ ਕਦੇ 5 ਰੁਪਏ ਦਾ ਸੀਗਾ, ਅੱਜ ਉਹ 5000 ਦਾ ਹੋ ਗਿਆ। ਇਵੇਂ ਹੋਰ ਜਿਹੜਾ ਡੀਜ਼ਲ ਕੀ ਹੋਰ ਸਾਰਾ ਕੁਛ ਉਹ 100 ਗੁਣਾ ਵੱਧ ਗਏ ਨੇ। ਤਾਂ ਭਾਅ ਸਿਰਫ ਹੈ ਇੱਕ ਜਿਣਸ ਦਾ 19 ਜਾਂ 20 ਗੁਣਾ ਹੀ ਵਧਿਆ। ਇਹਦੇ 'ਚੋਂ ਸਾਫ਼ ਹੁੰਦਾ ਵੀ MSP ਦਾ ਕੋਈ ਸਲਿਊਸ਼ਨ ਨਹੀਂ ਸੀ, ਸਿਰਫ ਹੈ ਵੀ ਗਰੀਬ ਲੋਕਾਂ ਨੂੰ ਅਨਾਜ ਦੇਣ ਦਾ ਇੱਕ ਜ਼ਰੀਆ। ਜਿਵੇਂ ਜਿਹੜਾ ਗਰੀਬਾਂ ਨੂੰ ਆਪਾਂ ਸਸਤਾ ਅਨਾਜ ਦਿੰਦੇ, ਫਿਰ ਸਲਿਊਸ਼ਨ ਕੀ ਹੈ?
ਸੋਲਿਊਸ਼ਨ ਤਾਂ ਇਹ ਵੀ ਇਹਨੂੰ ਬਦਲਣ ਦੀ ਲੋੜ ਹੈ, ਇਸ ਪ੍ਰਬੰਧ ਨੂੰ, ਇਸ ਇਕੋਨਮੀ ਨੂੰ ਬਦਲਣ ਦੀ ਲੋੜ ਹੈ। ਤਾਂ ਲੋਕਾਂ ਦੀ ਜਿਹੜੀ ਕਿਸਾਨਾਂ ਦਾ ਸਾਂਝੀ ਜਿਹੜੀ ਕੋਆਪਰੇਟਿਵ ਕਿਸਮ ਦਾ, ਉਵੇਂ ਕੰਜ਼ੂਮਰ ਮਾਰਕੀਟ ਹੋਵੇ, ਸਬਜ਼ੀਆਂ ਵਾਲਾ ਸਾਂਝਾ ਹੋਵੇ, ਉਹਦੇ ਲਈ ਵੀ ਭਾਅ ਕੰਟਰੋਲ ਹੋਵੇ। ਜਾਣੀ ਮਿਡਲਮੈਨ ਜਿਹੜਾ ਵਪਾਰੀ ਆ ਮੰਡੀ 'ਚ ਆ ਕੇ ਮੁਨਾਫਾਖੋਰੀ ਤੇ ਉਹਨੂੰ ਜਾਂ ਰੋਕ ਲਾਈ ਜਾਵੇ। ਸਰਕਾਰ ਨੇ ਤਾਂ ਮੁਨਾਫਾਖੋਰੀ ਤੇ ਜਿੰਨਾ ਮਰਜ਼ੀ ਭੰਡਾਰ ਕਰ ਲਓ, ਇਹਨੂੰ ਖੁੱਲ੍ਹੀ ਛੁੱਟੀ ਦੇਤੀ। ਇਹਦੇ ਬਦਲ 'ਚ ਸਾਨੂੰ ਅਸਲ 'ਚ ਕੋਈ ਸਾਨੂੰ ਜਾਣੀ ਸਮਾਜਿਕ ਹਿੱਤਾਂ ਲਈ ਜਾਣੀ ਖੇਤੀ ਦਾ ਜਿਹੜਾ ਸਾਰੀ ਪੈਦਾਵਾਰ ਜਿਹੜੀ ਕਿਸਾਨ ਆਪਣੇ ਕੰਟਰੋਲ 'ਚ ਕਰੇ, ਉਵੇਂ ਮੰਡੀ 'ਚ ਲੈ ਕੇ ਆਵੇ। ਇਵੇਂ ਸਾਡਾ ਜਿਹੜਾ ਸ਼ਹਿਰ 'ਚ ਵੀ ਕੋਈ ਦੁੱਧ ਵਗੈਰਾ ਜੋ ਚੀਜ਼ਾਂ ਨੇ ਉਸਦੇ ਖਰਚੇ ਮੁਤਾਬਕ ਕੰਜ਼ੂਮਰ ਨੂੰ ਵੀ ਸਸਤੀ ਮਿਲੇ। ਇਹ 'ਤੇ ਵੀ ਆਪਾਂ ਜਿਵੇਂ ਆਮ ਕਹਿੰਦੇ ਵੀ ਰੇਹੜੀ ਵਾਲਾ ਇੰਨਾ ਕਮਾ ਲੈਂਦਾ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਇਕੋਨਮੀ ਨੂੰ ਸਮਾਜ ਦੀ ਲੋੜ ਦੇ ਮੁਤਾਬਕ ਕਰਨਾ ਚਾਹੀਦਾ। ਇੱਕ ਵਾਰੀ ਇਹ ਨਿੱਜੀ ਮੁਨਾਫਾ, ਦੂਜੇ ਪਾਸੇ ਸਮਾਜ ਦਾ ਬਿਹਤਰ ਜਾਂ ਭਲਾ, ਜਾਣੀ ਸਮਾਜਵਾਦ, ਸਾਂਝਾ ਕੰਮ, ਸਾਂਝੀ ਵੰਡ, ਸਾਂਝੀ ਪੈਦਾਵਾਰ, ਇਸ ਨਾਅਰੇ ਨਾਲ ਸਾਡਾ ਅਗਲਾ ਜਿਹੜਾ ਸਮਾਜ ਤੁਰਨਾ ਚਾਹੀਦਾ। ਮੇਰਾ ਆਖਰੀ ਸਵਾਲ ਹੈ, ਇਹ ਦੱਸੋ ਕਿ ਕਿਸਾਨੀ ਅੰਦੋਲਨ ਜਿਸ ਪੜਾਅ 'ਤੇ ਹੁਣ ਚੱਲ ਰਿਹਾ, ਸਹੀ ਦਿਸ਼ਾ ਵੱਲ ਚੱਲ ਰਿਹਾ? ਤੁਹਾਨੂੰ ਲੱਗਦਾ ਕਿ ਹੁਣ ਤੱਕ ਜੋ ਕੁਝ ਵਾਪਰ ਚੁੱਕਿਆ ਉਹ ਸਭ ਨੂੰ ਜੇ ਆਪਾਂ ਵਿੱਚ ਰੱਖ ਕੇ ਗੱਲ ਕਰੀਏ, ਮੋਟੇ ਤੌਰ 'ਤੇ ਦੱਸਿਓ ਥੋੜ੍ਹਾ। ਇਹਦੇ 'ਚ ਮੋਟੀ ਗੱਲ ਹੈ ਵੀ ਜਿੱਥੋਂ ਤੱਕ ਕਿਸਾਨ ਅੰਦੋਲਨ ਹੈ ਉਹ ਸਹੀ ਤਰ੍ਹਾਂ ਉੱਠਿਆ ਚੱਲਿਆ। ਉਹਨੇ ਜਿਸ ਕਿਸਮ ਦਾ ਇੱਕ ਕਾਨੂੰਨੀ ਘੇਰੇ ਦੇ ਅੰਦਰ ਰਹਿਣਾ ਹੁੰਦਾ, ਕਰਨਾ ਹੁੰਦਾ, ਪਰ ਇੰਨਾ 6-7 ਮਹੀਨਿਆਂ ਤੱਕ ਜਿਹੜੀ ਸਟਰਗਲ ਹੈ ਉਹਦੇ ਬਾਵਜੂਦ ਜਿਹੜਾ ਸਰਕਾਰ 'ਤੇ ਇਹਦਾ ਕੋਈ ਅਸਰ ਨਹੀਂ ਹੋ ਰਿਹਾ। ਜਾਣੀ ਸਰਕਾਰ ਆਪਣੀ ਉਸ ਗੱਲ ਦੀ ਬਾਜ਼ਿਦ ਹੈ, ਤਾਂ ਪਰ ਕਿਸਾਨ ਲਹਿਰ ਜਾਂ ਆਗੂ ਇਸ ਗੱਲ ਨੂੰ ਇਸ ਬਚਾਅ 'ਚ ਨੇ। ਸਰਕਾਰ ਦੇ ਜ਼ਬਰ ਦਾ ਜਿਹੜਾ ਸ਼ਿਕਾਰ ਸਾਡੀ ਲਹਿਰ ਜਾਂ ਟਕਰਾਅ 'ਚ ਨਾ ਪਈਏ, ਜਾਣੀ ਸਰਕਾਰ ਸਾਡੇ ਇਸ ਜਨਤਕ ਦਬਾਅ ਥੱਲੇ ਝੁਕੇ। ਪਰ ਸਰਕਾਰ ਜਨਤਕ ਦਬਾਅ ਨੂੰ ਵੀ ਜਿੱਥੋਂ ਤੱਕ ਇਗਨੋਰ ਕਰਦੀ ਹੈ, ਫਿਰ ਸਾਨੂੰ ਲਾਜ਼ਮੀ, ਜਿਵੇਂ ਕਹਿੰਦੇ ਉਹ ਜਿਹੜਾ ਸਬਰ ਦਾ ਅੰਤ ਹੋ ਜਾਂਦਾ, ਤਾਂ ਫਿਰ ਸਾਨੂੰ ਜੇ ਉਸ ਤਰੀਕੇ ਨਾਲ ਸਰਕਾਰ ਨਹੀਂ ਚੱਲਦੀ, ਫਿਰ ਸਾਨੂੰ ਜਿਹੜਾ ਕਿਸਾਨਾਂ ਦੀਆਂ ਮੋੜਵੇਂ ਕਿਸਮ ਦੀਆਂ ਲੜਾਈ ਦੇ ਅੱਡ ਪੈਂਤੜੇ ਲੈਣੇ ਪੈਣਗੇ। ਜਿਵੇਂ ਇਹਦੇ 'ਚ ਇੱਕ ਇਹ ਵੀ ਗੱਲ ਆ ਰਹੀ ਹੈ, ਚਾਹੇ ਪਿਛਲੇ ਆਪਣਾ ਸਾਡਾ ਜਿਹੜਾ 26 ਜਨਵਰੀ ਨੂੰ ਸਰਕਾਰ ਨੇ ਗੜਬੜ ਕਰਾ ਕੇ ਉਹ ਸਾਡਾ ਜਿਹੜਾ ਪਾਰਲੀਮੈਂਟ ਵੱਲ ਕੂਚ ਕਰਨ ਦਾ ਅਗਲਾ ਕਦਮ ਸੀਗਾ, ਉਹਨੂੰ ਠੇਸ ਲੱਗੀ ਹੈ। ਪਰ ਹੁਣ ਵੀ ਸਮੇਂ ਮੁਤਾਬਕ ਅਸੀਂ ਇਸ ਕਿਸਮ ਦੇ ਐਕਸ਼ਨ ਕਰੀਏ। ਅਗਲਾ ਅਸੀਂ ਜਿਹੜਾ ਅੱਡ ਖਿੱਤਿਆਂ 'ਚ ਆਪਣੇ ਇਲਾਕਿਆਂ 'ਚ, ਪੰਜਾਬ 'ਚ, ਹੋਰਾਂ ਸੂਬਿਆਂ 'ਚ ਕਾਰਪੋਰੇਟ ਸੈਕਟਰ ਦਾ ਬਾਈਕਾਟ ਕਰਾਈਏ। ਜਿਵੇਂ ਪਿਛਲੇ ਦਿਨਾਂ 'ਚ ਆਪਣੇ ਮੋਗੇ ਜਿਹੜੀ ਇੱਕ ਜਿਹੜਾ ਉੱਥੋਂ ਕਣਕ ਕੱਢ ਕੇ ਲੈ ਕੇ ਜਾ ਰਹੇ ਸੀਗੇ, ਇਹ ਵੀ ਆਪਣਾ ਗੋਦਾਮਾਂ 'ਚੋਂ ਬਾਨੀ ਹੋਣੀ, ਤਾਂ ਲੋਕਾਂ ਨੇ ਰੋਕੀਆਂ ਨੇ। ਅਸੀਂ ਉਹਨਾਂ ਦੀ ਕੋਈ ਖਰੀਦ ਨਾ ਹੋਣ ਦਈਏ, ਉਹਦੇ ਇੱਥੋਂ ਜਿਹੜੇ ਸਟੋਰ ਚਾਲੂ ਨਾ ਹੋਣ ਦਈਏ। ਜਿਵੇਂ ਵੱਡੇ ਵੱਡੇ ਗੋਦਾਮ ਸਰਕਾਰ ਨੇ ਆਪਣਾ ਅਨਾਜ ਭੰਡਾਰ ਕਰਨ ਦੀ ਇਹਨਾਂ ਵਾਨੀਆਂ ਡਾਨੀਆਂ ਤੋਂ ਲਏ ਨੇ, ਯਾਨੀ ਰਿਲਾਇੰਸ ਕੰਪਨੀ ਤੋਂ, ਉਹਨਾਂ ਸਟੋਰਾਂ 'ਚ ਅਸੀਂ ਕਿਸੇ ਵੀ ਤਰ੍ਹਾਂ ਨਾਲ ਸਰਕਾਰੀ ਜਿਹੜਾ ਅਨਾਜ ਭੰਡਾਰ ਨਹੀਂ ਹੋਣ ਦੇਵਾਂਗੇ। ਯਾਨੀ ਇਸ ਕਿਸਮ ਦੇ ਜਿਹੜੇ ਸਿੱਧੇ ਟਕਰਾਅ ਵਾਲੇ ਗੱਲ, ਤਾਂ ਜਿਹੜੇ ਇਹਨਾਂ ਦੇ ਮਾਲ ਨੇ ਜੋ ਵੀ ਚੱਲਦੇ ਨੇ, ਚਾਹੇ ਹਾਲੇ ਆਰਜੀ ਰੋਕੇ ਹੋਏ ਨੇ, ਇਹਨਾਂ ਨੂੰ ਵੀ ਅਸੀਂ ਨਹੀਂ ਚੱਲਣ ਦੇਵਾਂਗੇ। ਅਗਲੇ ਨਾਅਰੇ ਸਾਨੂੰ ਇਹ ਦੇਣੇ ਚਾਹੀਦੇ ਨੇ। ਅਗਲੀ ਗੱਲ ਜਿਹੜਾ ਸਰਕਾਰ ਦਾ ਕਰਜ਼ਾ ਹੈ, ਆੜ੍ਹਤੀਏ ਦਾ ਕਰਜ਼ਾ ਹੈ, ਕਿਉਂਕਿ ਸਾਡੀ ਆਮਦਨ ਘਟ ਗਈ, ਉਹਦੇ ਲਈ ਸਾਨੂੰ ਕੋਈ ਕਰਜ਼ਾ ਨਹੀਂ ਦੇਣਾ ਚਾਹੀਦਾ। ਕਿੱਡੀਆਂ ਕੰਪਨੀਆਂ ਦੇ ਕਰਜ਼ੇ ਇਹ ਬਿਨਾਂ ਲੋੜੇ ਮਾਫ ਕੀਤੇ ਨੇ। ਸਾਡਾ ਨਾਅਰਾ ਚਾਹੀਦਾ ਵੀ, ਕਿਉਂਕਿ ਸਾਡਾ ਤਾਂ ਕਰਜ਼ਾ, ਸਾਡੀ ਤਾਂ ਲੁੱਟ ਪਹਿਲਾਂ ਹੀ ਕਰ ਲਈ, ਇਸ ਕਰਕੇ ਸਾਤੋਂ ਤਾਂ ਕਰਜ਼ਾ ਲੈਣਾ ਬਣਦਾ ਨਹੀਂ। ਜਿਹਨੂੰ ਲੈਣਾ ਬਣਦਾ ਸੀਗਾ ਉਹਨੂੰ ਤੁਸੀਂ ਛੱਡ ਰਹੇ ਹੋ। ਇਸ ਕਰਕੇ ਇਹ ਸਮਝ ਨੂੰ ਸਾਨੂੰ ਅਪਣਾਉਣਾ ਚਾਹੀਦਾ, ਕਿਸੇ ਕਿਸਮ ਦਾ ਨਹੀਂ, ਕਿਉਂਕਿ ਜੇ ਅਸੀਂ ਕਰਜ਼ੇ ਦੇ ਜਾਲ 'ਚ ਫਸਾਂਗੇ ਸਾਡੀ ਜਿੰਦ ਛੁੱਟਣੀ ਨਹੀਂ। ਇਸ ਕਰਕੇ ਜੋ ਸਾਡੀ ਖੇਤੀ ਦੀ ਬੱਚਤ ਹੈ, ਇਹ ਤੋਂ ਆਪਣਾ ਗੁਜ਼ਾਰਾ ਤੋਰੀਏ, ਕਿਸੇ ਕਿਸਮ ਦਾ ਅਸੀਂ ਕਰਜ਼ਾ ਨਾ ਮੋੜੀਏ। ਇਸ ਕਿਸਮ ਦੀਆਂ ਨਵੀਆਂ ਸਾਨੂੰ ਘੋਲਦੀਆਂ ਫਾਰਮਾਂ, ਤਾਂ ਕਿ ਲੋਕ ਇਹਦੇ 'ਚ ਖੁਦ ਵੀ ਸ਼ਾਮਲ ਰਹਿਣ, ਤਾਂ ਹੀ ਲੋਕਾਂ ਦੀ ਲੜਾਈ ਬਣੂਗੀ, ਤਾਂ ਹੀ ਅਸੀਂ ਇਸ ਸਰਕਾਰ ਨੂੰ ਹਰ ਤਰ੍ਹਾਂ ਹਰਾ ਸਕਾਂਗੇ, ਇਹਨੂੰ ਬਦਲ ਸਕਾਂਗੇ। ਸ਼ੁਕਰੀਆ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ। ਕਿਸਾਨਾਂ ਦੀਆਂ ਸਮੱਸਿਆਵਾਂ, ਕਿਸਾਨਾਂ ਦੀ ਆਮਦਨ, ਸਭ ਦੇ ਉੱਤੇ ਚਰਚਾ ਕੀਤੀ ਹੈ। ਦੁੱਗਣੀ ਕਿੱਦਾਂ ਹੋ ਸਕਦੀ ਹੈ, ਸਰਕਾਰ ਨੂੰ ਕਿਹੜੀਆਂ ਨੀਤੀਆਂ ਅਪਣਾਉਣੀਆਂ ਚਾਹੀਦੀਆਂ, ਅੰਦੋਲਨ ਨੂੰ ਕਿਹੜੀ ਦਿਸ਼ਾ ਦੇ ਵੱਲ ਹੁਣ ਅੱਗੇ ਵਧਾਉਣਾ ਚਾਹੀਦਾ, ਇਸ ਸਭ ਦੇ ਉੱਤੇ ਚਰਚਾ ਕੀਤੀ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਏ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।